ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀਣ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ ਅਤੇ 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 20 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਇਸ ਮੌਕੇ ਕਵਰ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ। ਰੀਨਿਊਅਲਸ ਜਾਂ ਨਵੀਆਂ ਐਪਲੀਕੇਸ਼ਨਸ ਕਰਾਉਣ ਦੇ ਲਈ ਅੱਜ ਹੀ ਇਹਨਾਂ ਨੂੰ ਸੰਪਰਕ ਕਰੋ 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਟ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਕਰਮਜੀਤ ਸਿੰਘ ਟਰਲੋਕ, ਹਰਜੀਤ ਸਿੰਘ ਲਿਵਰਮੋਰ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਇਹ ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਸਾਡੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਫਿਰ PG&E ਜਿਹੜੀ ਇਲੈਕਟ੍ਰਿਕ ਕੰਪਨੀ ਹੈਗੀ ਆ, ਉਹ ਬਿਜਲੀ ਕੱਟਣ ਜਾ ਰਹੀ ਆ ਲਗਭਗ 1.5 ਲੱਖ ਕਸਟਮਰਸ ਦੇ। ਇਹ ਕਹਿੰਦੇ ਸ਼ਟ ਆਫ ਉਹਨਾਂ ਨੇ ਸਵੇਰੇ 6 ਵਜੇ ਜਿਹੜਾ ਸ਼ੁਰੂ ਕਰਨਾ ਆ ਅਤੇ ਸ਼ਾਮ ਦੇ 4 ਵਜੇ ਤਾਈਂ। ਅਤੇ ਲਗਭਗ ਨਾਰਦਰਨ ਕੈਲੀਫੋਰਨੀਆ ਦੇ ਕਈ ਏਰੀਏ ਅਤੇ ਸਿਆਰਾ ਫੁੱਟਹਿਲਸ, ਨਾਰਥ ਵੇ ਅਤੇ ਨਾਰਥ ਵੈਲੀ ਏਰੀਆ ਦੇ ਵਿੱਚ ਇਹ ਕੱਟ ਹੋਣਗੇ। ਇਹ ਉਹਨਾਂ ਨੇ ਦੱਸਿਆ ਆ ਵੀ ਆਉਣ ਵਾਲੇ 24 ਘੰਟਿਆਂ ਦੇ ਵਿੱਚ 18 ਕਾਉਂਟੀਜ਼ ਨੂੰ ਇਹ ਅਫੈਕਟ ਕਰੇਗਾ, ਕਿਉਂਕਿ ਕਹਿੰਦੇ ਵੀ ਜਿਹੜੀਆਂ ਹਵਾਵਾਂ ਆ ਉਹ ਬਹੁਤ ਤੇਜ਼ ਆਉਣਗੀਆਂ ਅਤੇ ਉਹਦੇ ਨਾਲ ਅੱਗ ਲੱਗਣ ਦਾ ਜਿਹੜਾ ਖਤਰਾ ਹੈਗਾ। ਅਤੇ PG&E ਵਾਲੇ ਜਿਹੜੇ ਆ ਉਹ ਕੋਈ ਚਾਂਸ ਲੈਣਾ ਨਹੀਂ ਚਾਹੁੰਦੇ। ਪਿਛਲੇ ਸਾਲਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਿੰਨੀਆਂ ਜ਼ਿਆਦਾ ਜਿਹੜੀਆਂ ਅੱਗਾਂ ਆ ਉਹ ਲੱਗੀਆਂ। ਜੀ ਬਿਲਕੁਲ। ਸੋ PG&E ਇੱਕ ਵਾਰੀ ਫਿਰ ਜਿਹੜਾ ਉਹ ਬਿਜਲੀ ਆ ਉਹ ਕੱਟ ਰਹੀ ਆ। ਅਮਰੀਕਾ ਦੀ ਸਭ ਤੋਂ ਪੋਪੂਲਸ ਸਟੇਟ ਦੇ ਵਿੱਚ ਇਹ ਬਾਰ-ਬਾਰ ਇਸ ਸਾਲ ਦੇ ਵਿੱਚ PG&E ਦੇ ਦੁਆਰਾ ਜਿਹੜਾ ਆ ਅਹਤਿਆਤ ਦੇ ਤੌਰ ਦੇ ਉੱਤੇ ਬਿਜਲੀ ਕੱਟਣ ਦਾ ਸਿਲਸਿਲਾ ਆ ਉਹ ਚੱਲ ਰਿਹਾ ਆ। ਅਤੇ ਦੇਖਦੇ ਹਾਂ ਵੀ ਆਉਣ ਵਾਲੇ ਕਿੰਨੇ ਸਾਲਾਂ ਤੱਕ ਜਾਂ ਕਿੰਨੇ ਚਿਰ ਤੱਕ ਇੱਦਾਂ ਹੀ ਜਿਹੜਾ ਕੰਮ ਆ ਉਹ ਚੱਲਦਾ ਰਹੇਗਾ। ਅੱਗਾਂ ਇਹਨਾਂ ਦੇ ਜਿਹੜੀਆਂ ਗਲਤੀਆਂ ਦੇ ਕਰਕੇ ਪਹਿਲਾਂ ਬਹੁਤ ਲੱਗਦੀਆਂ ਰਹੀਆਂ, ਜਿਸ ਕਰਕੇ ਕਈ ਲੋਕਾਂ ਦੀਆਂ ਜਾਨਾਂ ਗਈਆਂ, ਕਾਫੀ ਜਿਹੜਾ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਅਤੇ ਕਈ ਵਾਰੀ ਆਊਟ ਆਫ ਕੰਟਰੋਲ ਵੀ ਅੱਗ ਜਿਹੜੀ ਆ ਉਹ ਲੱਗਦੀ ਰਹੀ। ਪੂਰੇ ਦੇ ਪੂਰੇ ਸ਼ਹਿਰ ਜਿਹੜੇ ਆ ਉਹ ਸੜ ਜਾਂਦੇ ਰਹੇ। ਸੋ ਉਸ ਤੋਂ ਬਚਣ ਦੇ ਲਈ PG&E ਨੇ ਇਹ ਜਿਹੜਾ ਹੁਣ ਨਵਾਂ ਫੈਸਲਾ ਲੈਣਾ ਜਿਹੜਾ ਸ਼ੁਰੂ ਕੀਤਾ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਹੁਣ ਆਪਾਂ ਦੇਖ ਰਹੇ ਹਾਂ। ਖਾਸ ਕਰਕੇ ਪਿਛਲੇ ਮਹੀਨੇ ਤੋਂ ਜਿਹੜੀ ਇਹ ਚੀਜ਼ ਜਿਹੜੀ ਉਹ ਜ਼ਿਆਦਾ ਸ਼ੁਰੂ ਹੋਈ ਹੈ, ਜਦੋਂ ਤੇਜ਼ ਹਵਾਵਾਂ ਹੁੰਦੀਆਂ ਆ ਅਤੇ ਰੈੱਡ ਫਲੈਗ ਵਾਰਨਿੰਗ ਜਿਹੜੀ ਹੁੰਦੀ ਆ ਅਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਇਹ ਬਿਜਲੀ ਆ ਉਸ ਨੂੰ ਬੰਦ ਕਰਦੇ ਆ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਜਿਹੜਾ ਇਨਫਰਾਸਟਰਕਚਰ ਹੈਗਾ ਆ, ਜੋ ਵੀ ਇਹਨਾਂ ਨੇ ਤਾਰਾਂ ਸ਼ਾਰਾਂ ਪਈਆਂ ਆ, ਉਸ ਨੂੰ ਚੰਗੀ ਤਰੀਕੇ ਦੇ ਨਾਲ ਉਸ ਨੂੰ ਸੋਧਣਗੇ, ਉਸ ਨੂੰ ਠੀਕ ਕਰਨਗੇ, ਤਾਂ ਜੋ ਲੋਕਾਂ ਨੂੰ ਇਸ ਤਰੀਕੇ ਦੀ ਸਮੱਸਿਆਵਾਂ ਤੋਂ ਨਾ ਨਿਕਲਣਾ ਪਵੇ। ਕਿਉਂਕਿ ਸਭ ਤੋਂ ਵੱਡੀ ਸਮੱਸਿਆਵਾਂ ਇਹ ਆਉਂਦੀਆਂ ਆ ਜਦੋਂ ਕਈ ਦਿਨ ਤੱਕ ਬਿਜਲੀ ਜਿਹੜੀ ਉਹ ਗੁੱਲ ਰਹਿੰਦੀ ਆ। ਲੋਕਾਂ ਦੀਆਂ ਫਰਿੱਜਾਂ ਦੇ ਵਿੱਚ ਕੋਈ ਫੂਡ ਇੱਦਾਂ ਦਾ ਜਿਹੜਾ ਉਹ ਨਹੀਂ ਹੁੰਦਾ ਜਿਹੜਾ ਇੰਨੇ ਦਿਨ ਕੱਢ ਸਕਦਾ ਆ। ਫਿਰ ਲੋਕਾਂ ਦੀ ਭੱਜ ਦੌੜ ਲੱਗਦੀ ਆ ਅਤੇ ਉਤੋਂ ਵੀ ਖਤਰੇ ਵਾਲੀ ਗੱਲ ਉਦੋਂ ਬਣਦੀ ਆ ਵੀ ਜਿਹੜੇ ਬਹੁਤ ਸਾਰੇ ਜਿਹੜੇ ਮਰੀਜ਼ ਹੁੰਦੇ ਆ, ਜਿਹੜੀ ਲਾਈਫ ਥ੍ਰੈਟਨਿੰਗ ਜਿਹੜੀਆਂ ਉਹਨਾਂ ਨੂੰ ਬਿਮਾਰੀਆਂ ਹੁੰਦੀਆਂ ਆ, ਉਹ ਤੋਂ ਬਚਣ ਦੇ ਲਈ ਉਹਨਾਂ ਨੂੰ ਬਿਜਲੀ ਦਾ ਸਹਾਰਾ ਜਿਹੜਾ ਹੁੰਦਾ ਵੀ ਜਿਹੜੀਆਂ ਮਸ਼ੀਨਾਂ ਦੇ ਉੱਤੇ ਜਿਹੜੇ ਉਹ ਲੱਗੇ ਹੁੰਦੇ ਆ, ਉਹਦੇ ਕਰਕੇ ਫਿਰ ਬਹੁਤ ਜ਼ਿਆਦਾ ਜਿਹੜਾ ਆ ਉਹਨਾਂ ਨੂੰ ਵੀ ਪਰੇਸ਼ਾਨੀਆਂ ਜਿਹੜੀਆਂ ਉਹ ਝੱਲਣੀਆਂ ਜਿਹੜੀਆਂ ਉਹ ਪੈਂਦੀਆਂ ਨੇ।
ਅਤੇ ਹੋਰ ਜ਼ਿਆਦਾ ਸਮੱਸਿਆ ਆਉਂਦੀ ਹੈ। ਕਈ ਥਾਵਾਂ ਦੇ ਉੱਤੇ ਹਸਪਤਾਲਾਂ ਦੇ ਵਿੱਚ ਵੀ ਜਿਹੜੀ ਵੱਡੀ ਪ੍ਰੋਬਲਮ ਆ ਇਹਦੇ ਕਰਕੇ ਆਉਂਦੀ ਆ। ਸੋ ਇਸ ਵਾਰ ਜਿਹੜੇ ਪਹਿਲੋਂ ਕਹਿੰਦੇ ਆ ਵੀ 22 ਕਾਊਂਟੀਜ਼ ਦੇ ਵਿੱਚ ਹਰਜੋਤ ਸਿੰਘ ਜੀ ਬਿਜਲੀ ਜਿਹੜੀ ਇਹਨਾਂ ਨੇ ਬੰਦ ਕਰਨੀ ਸੀਗੀ, ਅਤੇ ਹੁਣ ਉਹ ਘਟਾ ਕੇ ਉਹਨਾਂ ਨੇ 18 ਕਾਊਂਟੀਜ਼ ਦੇ ਵਿੱਚ ਜਿਹੜਾ ਕੀਤਾ ਆ। ਅਤੇ ਹੁਣ 1.5 ਲੱਖ 150,000 ਜਿਹੜੇ ਕਸਟਮਰਸ ਜਿਹੜੇ ਆ ਉਹ ਹੈਗੇ ਨੇ। ਸੋ ਇਹ 150,000 ਕਸਟਮਰ ਮਤਲਬ ਤੁਸੀਂ ਲਾ ਲਓ ਵੀ 3-4 ਲੱਖ ਲੋਕ ਜਿਹੜੇ 300,000 ਤੱਕ ਲੋਕ ਜਿਹੜੇ ਇਸ ਦੇ ਨਾਲ ਇਫੈਕਟ ਹੋਣਗੇ, ਜੇ ਆਪਾਂ ਜਿਹੜਾ ਛੋਟਾ ਜਿਹਾ ਇੱਕ ਐਵਰੇਜ ਲਈ, ਕਿਉਂਕਿ ਹਰ ਹਾਊਸ ਹੋਲਡ ਦੇ ਵਿੱਚ 2-4 ਜਾਣੇ ਜਿਹੜੇ ਉਹ ਅਕਸਰ ਹੁੰਦੇ ਹੀ ਨੇ। ਸੋ ਬਿਲਕੁਲ ਪਿਛਲੇ ਸਾਲ ਜਿਹੜੀ ਅੱਗ ਲੱਗੀ ਸੀ ਕੈਂਪ ਫਾਇਰ, ਉਹਦੇ ਨਾਲ 85 ਲੋਕਾਂ ਦੀ ਮੌਤ ਹੋਈ ਸੀ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸਟਰਕਚਰਸ ਆ ਉਹ ਸੜ ਕੇ ਤਬਾਹ ਹੋ ਗਈਆਂ ਸੀ। ਅਤੇ ਉਹਦੇ ਲਈ ਬਲੇਮ ਜਿਹੜਾ ਆ ਉਹ PG&E 'ਤੇ ਹੀ ਗਿਆ ਸੀ। ਪਿਛਲੇ ਸਾਲਾਂ ਦੇ ਵਿੱਚ ਵੀ PG&E ਅਤੇ ਜਿਹੜੀ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਇਲੈਕਟ੍ਰਿਕ ਕੰਪਨੀ ਹੈਗੀ ਆ ਐਡੀਸਨ, ਉਹਨਾਂ ਨੇ ਵੀ ਕਈ ਵਾਰ ਜਿਹੜੀ ਬਿਜਲੀ ਆ ਟਰਨ ਆਫ ਕੀਤੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਸਟੇਟ ਜਿਹੜੀ ਆ ਉਹ ਨਹੀਂ ਤਾਂ ਯੂਟਿਲਿਟੀ ਨੂੰ ਟੇਕ ਓਵਰ ਕਰ ਲਏਗੀ ਜੇ ਇਹਨਾਂ ਨੇ ਅਗਲੇ ਸਾਲ ਦੇ ਅੱਧ ਤੱਕ ਇਹਨਾਂ ਨੇ ਜਿਹੜੀ ਬੈਂਕਰਪਸੀ ਫਾਈਲ ਕੀਤੀ ਉਹਦੇ 'ਤੇ ਕੁਛ ਸੌਰਟ ਆਊਟ ਨਾ ਕੀਤਾ, ਕਿਉਂਕਿ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਜਿਹੜੇ ਅਪਸੈਟ ਹੈਗੇ ਆ। ਸੋ ਹੁਣ ਇਹ ਦੋਨਾਂ ਕੰਪਨੀਆਂ ਨੂੰ ਤਾਂ ਕਾਫੀ ਨੁਕਸਾਨ ਹੋਇਆ। ਉਹਦੇ ਨਾਲ ਰਾਜਕਨਵੀਰ ਸਿੰਘ ਜੀ, ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਦਾ ਵੀ ਜਿਹੜਾ ਧੂੰਆਂ ਇੱਕ ਤਰ੍ਹਾਂ ਦਾ ਨਿਕਲਣਾ ਸ਼ੁਰੂ ਹੋਇਆ ਆ। ਫਿਗਰ ਆ ਰਿਹਾ ਕਹਿੰਦੇ $6 ਬਿਲੀਅਨ ਤੋਂ ਵੀ ਵੱਧ ਦਾ ਨੁਕਸਾਨ ਜਿਹੜਾ ਅੱਗਾਂ ਦੇ ਨਾਲ ਹੋਇਆ ਆ। ਸੋ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆ ਉਹ ਮੋਰਟੋਰੀਅਮ ਵੀ ਲਾ ਰਹੀਆਂ, ਮਤਲਬ ਕਿ ਉਹਨਾਂ ਨੇ ਨਵੀਂ ਇੰਸ਼ੋਰੈਂਸ ਲਿਖਣੀ ਬੰਦ ਕਰ ਦਿੱਤੀ ਆ, ਅਤੇ ਜਿਹੜੀਆਂ ਦੀ ਚੱਲ ਰਹੀ ਆ ਉਹਨਾਂ ਨੇ ਰੇਟ ਚੱਕਣੇ ਬਹੁਤ ਜ਼ਿਆਦਾ ਸ਼ੁਰੂ ਕਰ ਦਿੱਤੇ। ਅਤੇ ਕਈ ਏਰੀਏ ਦੇ ਵਿੱਚ ਜਿਹੜੇ ਕਈ ਲੋਕਾਂ ਦੀਆਂ ਲੰਮੇ ਸਮੇਂ ਤੋਂ ਇੰਸ਼ੋਰੈਂਸਾਂ ਚੱਲ ਰਹੀਆਂ ਸੀ, ਉਹਨਾਂ ਨੇ ਲੈਟਰ ਭੇਜ ਦਿੱਤੇ ਵੀ ਨਹੀਂ, ਇਹ ਹੁਣ ਹਾਈਲੀ ਫਾਇਰ ਹੈਜ਼ਰਡ ਏਰੀਆ ਹੈਗਾ ਅਤੇ ਅਸੀਂ ਤੁਹਾਡੀ ਇੰਸ਼ੋਰੈਂਸ ਨਹੀਂ ਕਰ ਸਕਦੇ। ਸੋ ਇਹ ਆਉਣ ਵਾਲੇ ਸਮੇਂ 'ਚ ਕਾਫੀ ਕੁਛ ਇਹਦੇ ਉੱਤੇ ਅਸਰ ਪਊਗਾ। ਜੀ ਦੇਖਦੇ ਹਾਂ ਇਸ ਦੇ ਨਾਲ ਕੀ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਹੈ। ਪਰ ਕਈ ਸਾਲਾਂ ਤੱਕ ਜਿਹੜੇ ਹਰਜੋਤ ਸਿੰਘ ਜੀ ਅੱਗ ਲੱਗਣ ਤੋਂ ਪਹਿਲਾਂ ਪ੍ਰੀਮੀਅਮ ਵੀ ਜਿਹੜੇ ਉਹ ਲੈਂਦੇ ਰਹੇ ਆ ਇੰਸ਼ੋਰੈਂਸ ਕੰਪਨੀਆਂ, ਅਤੇ ਫਿਰ ਇਹ ਇੱਕ ਆਮ ਲੋਕਾਂ ਦੇ ਨਾਲ ਤਾਂ ਉਹ ਫਿਰ ਆਪਣੇ ਆਪ ਨੂੰ ਠੱਗੇ ਹੋਏ ਵੀ ਮਹਿਸੂਸ ਜਿਹੜੇ ਕਰਨਗੇ ਜੇ ਕੰਪਨੀਆਂ ਵਾਲੇ ਆਖਣਗੇ ਵੀ ਭਾਈ ਅਸੀਂ ਹੁਣ ਜਿਹੜੇ ਉਹ ਨਹੀਂ ਕਰਨੀ, ਅਤੇ ਜਾਂ ਫਿਰ ਬਹੁਤ ਜ਼ਿਆਦਾ ਪ੍ਰੀਮੀਅਮ ਜਿਹੜੇ ਵਧਣੇ ਆ। ਓਬਵੀਅਸਲੀ ਗੱਲ ਆ, ਦੋਨੋਂ ਪਾਸੇ ਨੂੰ ਗੱਲ ਜਿਹੜੀ ਉਹ ਜਾਂਦੀ ਆ, ਪਰ ਲੋਕ ਇੰਸ਼ੋਰੈਂਸ ਲੈਂਦੇ ਤਾਂ ਇਸੇ ਲਈ ਆ ਵੀ ਮਾੜੇ ਸਮੇਂ ਦੇ ਉੱਤੇ ਜਿਹੜੀ ਉਸ ਨੂੰ ਵਰਤ ਸਕਣ, ਅਤੇ ਹੋਪਫੁਲੀ ਜਿਹੜਾ ਇਸ ਦਾ ਕੋਈ ਸੋਲਿਊਸ਼ਨ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੋਈ ਬਣ ਸਕੇ। ਅਗਲੀ ਜਿਹੜੀ ਗੱਲ ਕਰਦੇ ਹਾਂ ਇਸ ਮੌਕੇ, ਜਿਹੜੇ ਅੱਜ US ਦੇ ਅੰਬੈਸਡਰ ਗਾਰਡਨ ਸੌਂਡਲੈਂਡ ਜਿਹੜੇ ਆ ਉਹਨਾਂ ਦੀ ਪਬਲਿਕ ਹੀਅਰਿੰਗ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ, ਟੈਸਟੀਫਾਈ ਕਰ ਰਹੇ ਆ। ਦੋਨਾਂ ਹੀ ਪਾਰਟੀਆਂ ਦੇ ਜਿਹੜੇ ਕਮੇਟੀ ਦੇ ਮੈਂਬਰਸ ਆ ਉਹਨਾਂ ਨੂੰ ਸਵਾਲ ਜਵਾਬ ਕਰ ਰਹੇ ਆ। ਉਹ ਆਪੋ ਆਪਣੀਆਂ ਗੱਲਾਂ ਜਿਹੜੀਆਂ ਆ ਉਹ ਉਸ ਦੇ ਵਿੱਚ ਦੱਸ ਰਹੇ ਆ। ਜਿਹੜੇ ਡੈਮੋਕ੍ਰੇਟਸ ਆ ਉਹ ਖੁਸ਼ ਹੋ ਰਹੇ ਨੇ ਇਸ ਕਰਕੇ ਵੀ ਜਿਹੜੇ ਗਾਰਡਨ ਸੌਂਡਲੈਂਡ ਆ ਉਹਨਾਂ ਨੇ ਇੱਕ ਵਾਰੀ ਫੇਰ ਆਪਣੀ ਅੱਜ ਪਬਲਿਕ ਹੀਅਰਿੰਗ ਦੇ ਵਿੱਚ ਕਿਹਾ ਵੀ ਉਹਨਾਂ ਨੂੰ ਜਿਹੜਾ ਇਹੀ ਮਹਿਸੂਸ ਹੋਇਆ ਵੀ ਜਿਹੜਾ ਕੁਇਡ ਪ੍ਰੋ ਕੋ ਦਾ ਜਿਹੜਾ ਮਸਲਾ ਆ ਉਹ ਸੀਗਾ, ਅਤੇ ਤਾਂ ਹੀ ਜਿਹੜੇ ਉਹਨਾਂ ਨੂੰ ਬੇਸਿਕਲੀ ਉਹਨਾਂ ਨੇ ਕਿਹਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਚਾਹੁੰਦੇ ਸੀਗੇ ਆਪਣੇ ਜਿਹੜੇ ਪ੍ਰਾਈਵੇਟ ਅਟਰਨੀ ਆ ਉਹਨਾਂ ਦੇ ਪਰਸਨਲ ਅਟਰਨੀ ਦੇ ਜ਼ਰੀਏ ਵੀ ਜਿਹੜੇ ਯੂਕਰੇਨ ਵਾਲੇ ਆ ਬਾਈਡਨ ਦੇ ਖਿਲਾਫ ਇਨਵੈਸਟੀਗੇਸ਼ਨ ਲਾਂਚ ਕਰਨ, ਤਾਂ ਹੀ ਜਿਹੜੇ ਆ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੀ ਯੂਕਰੇਨ ਨੂੰ ਮਿਲਟਰੀ ਏਡ ਆ ਉਹ ਮੁਹੱਈਆ ਜਿਹੜੀ ਉਹ ਕਰਵਾਉਣਗੇ। ਕਹਿੰਦੇ ਉਹਨਾਂ ਦੇ ਕਹਿਣ ਮੁਤਾਬਕ ਵੀ ਕਹਿੰਦੇ ਵੀ ਮੈਨੂੰ ਅਤੇ ਮੇਰੇ ਜਿਹੜੇ ਸਾਥੀਆਂ ਨੂੰ ਇਹੀ ਜਿਹੜੀ ਉਹ ਸਮਝ ਲੱਗੀ ਆ। ਜਿਹੜੇ ਰਿਪਬਲਿਕਨਸ ਆ ਉਹ ਇਸ ਕੀਤੇ ਹੋਏ ਜਿਨ੍ਹਾਂ ਨੇ ਟੈਸਟੀਫਾਈ ਕੀਤਾ ਆ ਅੰਬੈਸਡਰ ਸੌਂਡਲੈਂਡ, ਉਹਨਾਂ ਨੂੰ ਗ੍ਰਿਲ ਕਰ ਰਹੇ ਆ ਵੀ ਤੁਹਾਨੂੰ ਲੱਗਾ ਕਿ ਤੁਹਾਨੂੰ ਰਾਸ਼ਟਰਪਤੀ ਟਰੰਪ ਨੇ ਡਾਇਰੈਕਟ ਕਿਹਾ ਕਿ ਤੁਹਾਨੂੰ ਵੀ ਇਹਦੇ ਨਾਲ ਇੱਦਾਂ ਗੱਲ ਕਰਕੇ ਜਿਹੜਾ ਉਹ ਕੀਤਾ ਜਾਵੇ ਤਾਂ ਜੋ ਜਿਹੜੀ ਮਿਲਟਰੀ ਏਡ ਜਿਹੜੀ ਉਹ ਦਿੱਤੀ ਜਾਣੀ ਆ। ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਇਹ ਵੀ ਜਿਹੜੇ ਰਿਪਬਲਿਕਨਸ ਕਹਿ ਰਹੇ ਆ, ਕਹਿੰਦੇ ਇਨ ਦੀ ਐਂਡ ਨਾ ਉਹਨਾਂ ਨੇ ਇਨਵੈਸਟੀਗੇਸ਼ਨ ਲਾਂਚ ਕੀਤੀ, ਨਾ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਬਾਰੇ ਜਿਹੜੀ ਆ ਕੇ ਉਹ ਅਨਾਊਂਸ ਕੀਤਾ, ਪਰ ਉਸ ਦੇ ਬਾਵਜੂਦ ਵੀ ਜਿਹੜਾ ਮਿਲਟਰੀ ਏਡ ਆ ਉਹ ਯੂਕਰੇਨ ਨੂੰ ਦੇ ਦਿੱਤੀ ਗਈ। ਸੋ ਦੋਨੋਂ ਹੀ ਜਿਹੜੀਆਂ ਪਾਰਟੀਆਂ ਦੇ ਆਪੋ ਆਪਣੇ ਜਿਹੜੇ ਬੰਦੇ ਆ ਕਮੇਟੀ ਦੇ ਵਿੱਚ ਉਹ ਆਪੋ ਆਪਣੀ ਪਾਰਟੀ ਲਾਈਨ ਦੇ ਮੁਤਾਬਕ ਜਿਹੜੀ ਗੱਲਬਾਤ ਆ ਉਹ ਜਿਹੜੀ ਉਹ ਕਰ ਰਹੇ ਆ। ਇੰਪੀਚਮੈਂਟ ਇਨਕੁਆਇਰੀ ਦੀ ਜਿਹੜੀ ਪਬਲਿਕ ਹੀਅਰਿੰਗਸ ਦੇ ਵਿੱਚ ਆਈ ਥਿੰਕ ਇੱਕ ਅਹਿਮ ਅੱਜ ਦਾ ਜਿਹੜਾ ਦਿਨ ਸੀਗਾ, ਕਿਉਂਕਿ ਅੰਬੈਸਡਰ ਸੌਂਡਲੈਂਡ ਨੇ ਇਹ ਪਹਿਲਿਆਂ ਦੇ ਵਿੱਚੋਂ ਸੀਗੇ ਜਿਨ੍ਹਾਂ ਨੇ ਇਹ ਆਖਿਆ ਸੀਗਾ ਵੀ ਉਹਨਾਂ ਨੂੰ ਲੱਗਦਾ ਵੀ ਜਿਹੜਾ ਕੁਇਡ ਪ੍ਰੋ ਕੋ ਜਿਹੜਾ ਆ
ਵੀ ਇੱਕ ਹੱਥ ਜਿਹੜੇ ਬਾਈਡਨ ਦੀ ਇਨਵੈਸਟੀਗੇਸ਼ਨ ਕਰੋ ਅਤੇ ਦੂਜੇ ਪਾਸੇ ਜਿਹੜੀ ਆ ਮਿਲਟਰੀ ਏਡ ਜਿਹੜੀ ਲਓ। ਉਹ ਜਿਹੜਾ ਆ ਜਿਹੜੀ ਕਾਰਵਾਈ ਆ ਉਹ ਉੱਦਾਂ ਜਿਹੜੀ ਉਹ ਹੋਈ ਸੀਗੀ ਟਰੰਪ ਪ੍ਰਸ਼ਾਸਨ ਦੇ ਦੁਆਰਾ, ਰਾਸ਼ਟਰਪਤੀ ਟਰੰਪ ਦੇ ਦੁਆਰਾ। ਹੁਣ ਦੇਖਦੇ ਹਾਂ ਵੀ ਉਹ ਕਿੰਨੇ ਕੁ ਪਾਣੀ ਦੇ ਵਿੱਚ ਇਸ ਆਪਣੀ ਗੱਲ ਦੇ ਉੱਤੇ ਕਿੰਨੇ ਕੁ ਜਿਹੜਾ ਉਹ ਠਹਿਰਦੇ ਨੇ। ਜਿਹੜੇ ਡੈਮੋਕ੍ਰੇਟ ਸੀਗੇ, ਜਿਹੜੇ ਸੌਂਡਲੈਂਡ ਦੀ ਹਰਜੋਤ ਸਿੰਘ ਜੀ ਜਦੋਂ ਪਹਿਲੀ ਉਹਨਾਂ ਨੇ ਓਪਨਿੰਗ ਸਟੇਟਮੈਂਟ ਕਰਨ ਤੋਂ ਬਾਅਦ ਦੇ ਵਿੱਚ ਰੀਸੈਸ ਲੈ ਕੇ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਉਹ ਕਰ ਛੱਡੀ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰੈਂਕਿੰਗ ਮੈਂਬਰ ਹੈਗੇ ਨੇ ਨਿਊਨਜ਼, ਉਹਨਾਂ ਨੂੰ ਅਤੇ ਉਹਨਾਂ ਦੇ ਜਿਹੜੇ ਸਾਥੀ ਰਿਪਬਲਿਕਨਸ ਆ ਉਹਨਾਂ ਨੂੰ ਫਿਰ ਮੌਕਾ ਦਿੱਤਾ ਜਿਹੜਾ ਉਹ ਸਵਾਲ ਜਵਾਬ ਕਰਨ ਦੇ ਲਈ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਪਾਰਟੀ ਲਾਈਨ ਦੇ ਉੱਤੇ, ਪਾਰਟੀਜ਼ਨ ਲਾਈਨਸ ਦੇ ਉੱਤੇ ਜਿਹੜੀ ਇਹ ਇੰਪੀਚਮੈਂਟ ਇਨਕੁਆਇਰੀ ਜਿਹੜੀ ਉਹ ਚੱਲ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਆ ਉਹ ਬਾਲਟੀਮੋਰ ਦੇ ਰਹਿ ਚੁੱਕੇ ਮੇਅਰ ਕੈਥਰੀਨ ਪੂ ਜਿਹੜੀ ਆ ਉਹਨਾਂ ਦੇ ਬਾਬਤ ਹੈਗੀ ਆ, ਕਿਉਂਕਿ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਕਿਉਂਕਿ ਉਹਨਾਂ ਨੇ ਇੱਕ ਜਿਹੜੀ ਬੁੱਕ ਹੈਗੀ ਆ ਉਹਦੀ ਡੀਲ ਕੀਤੀ ਸੀ, ਜਿਹੜੀ ਕਿ ਖੁਦ ਉਹਨਾਂ ਨੇ ਆਪ ਲਿਖੀ ਸੀ। $8 ਲੱਖ ਜਿਹੜਾ ਹੈਗਾ ਆ ਉਸ ਬੁੱਕ ਬੱਚਿਆਂ ਦੀ ਕਿਤਾਬ ਲਿਖੀ ਸੀ, ਬੱਚਿਆਂ ਦੀ ਕਿਤਾਬ ਲਿਖੀ ਸੀ, ਹੈਲਥੀ ਹੋਲੀ ਬੁੱਕ ਡੀਲ। ਸੋ 8 ਲੱਖ ਦੇ ਕਰੀਬ ਜਿਹੜੇ ਪ੍ਰੋਸੀਡਸ ਆ ਉਹ ਤੋਂ ਆਏ ਸੀ। ਉਹ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਪਰਸਨਲ ਜਿਹੜਾ ਕਰਜ਼ਾ ਸੀ ਉਹ ਉਤਾਰਨ ਦੇ ਲਈ ਵੀ $35,800 ਦੇ ਕਰੀਬ ਜਿਹੜੀ ਉਹਨਾਂ ਨੂੰ ਡੋਨੇਸ਼ਨ ਮਿਲੀਆਂ ਸੀਆਂ ਮੇਅਰਲ ਕੈਂਪੇਨ ਦੇ ਲਈ, ਉਹ ਵਰਤੀਆਂ। ਸੋ ਯੂਨੀਵਰਸਿਟੀ ਆਫ ਮੈਰੀਲੈਂਡ ਦੇ ਮੈਡੀਕਲ ਸਿਸਟਮ ਦੇ ਵਿੱਚ ਇਹ ਜਿਹੜੀ ਪਬਲਿਸ਼ ਹੋਈ ਸੀ ਬੁੱਕ। ਸੋ ਸਿੱਧਾ ਇਹ ਕਨਫਲਿਕਟ ਆਫ ਇੰਟਰਸਟ ਸੀਗਾ। 69 ਸਾਲਾਂ ਦੀ ਇਹ ਜਿਹੜੀ ਬੀਬੀ ਹੈਗੀ ਆ 2016 ਦੇ ਵਿੱਚ ਇਹ ਇੰਡਾਈਟ ਹੋਈ ਸੀ 11 ਚਾਰਜਸ ਦੇ ਉੱਤੇ, ਕੌਨਸਪੀਰੇਸੀ ਟੂ ਕਮਿਟ ਵਾਇਰ ਫਰਾਡ, 7 ਕਾਊਂਟਸ ਆਫ ਵਾਇਰ ਫਰਾਡ, ਕੌਨਸਪੀਰੇਸੀ ਟੂ ਡੀਫਰਾਡ ਦਾ US ਐਂਡ 2 ਕਾਊਂਟਸ ਆਫ ਟੈਕਸ ਅਵੇਜ਼ਨ। ਇਹ ਜਿਹੜਾ ਪੇਪਰ ਆ ਇਹ ਉਹਨਾਂ ਨੇ ਪਬਲਿਸ਼ ਕੀਤਾ ਹੈਗਾ। ਦੇਖੋ ਹਰਜੋਤ ਸਿੰਘ ਜੀ, ਜਿਹੜਾ ਕੌਨਫਲਿਕਟ ਆਫ ਇੰਟਰਸਟ ਜਿਹੜਾ ਕੋਈ ਰਗੜਿਆ ਜਾਂਦਾ ਹੈ। ਹੁਣ ਕੌਨਫਲਿਕਟ ਆਫ ਇੰਟਰਸਟ ਦੇ ਵਿੱਚ ਰਾਸ਼ਟਰਪਤੀ ਟਰੰਪ ਆਪਣੇ ਮੁੰਡੇ ਦੀ ਕਿਤਾਬ ਆ ਉਸ ਦੀ ਪੂਰੀ ਜਿਹੜੀ ਆ ਉਹ ਪ੍ਰਮੋਸ਼ਨ ਕਰ ਰਿਹਾ ਵੀ ਖਰੀਦੋ, ਸਾਰਾ ਕੁਛ ਜਿਹੜਾ ਉਹ ਕਰੋ। ਉੱਦਾਂ ਐਥਿਕਸ ਡਿਪਾਰਟਮੈਂਟ ਵਾਲੇ ਕਈ ਵਾਰੀ ਇਸ ਚੀਜ਼ ਦੇ ਖਿਲਾਫ ਕਰਦੇ ਆ। ਜਿਹੜੀ ਕੈਥਰੀਨ ਕੋਲੀਅਨ ਸੀਗੀ ਉਹ ਵੀ ਜਿਹੜੀ ਆਪਣੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਲੜਕੀ ਆ ਉਸ ਦੀ ਜਿਹੜੀ ਉਹ ਹੈਗੀ ਹੈ ਫੈਸ਼ਨ ਡਿਜ਼ਾਈਨ ਲਾਈਨ ਜਿਹੜੀ ਆ ਉਸ ਦੀ ਪ੍ਰਮੋਸ਼ਨ ਕਰਦੀ ਜਿਹੜੀ ਉਹ ਆਈ ਸੀਗੀ। ਅਤੇ ਇਹ ਬੀਬੀ ਜਿਹੜੀ ਆ ਹੁਣ ਹਰਜੋਤ ਸਿੰਘ ਜੀ, ਇਹ ਨਹੀਂ ਇਹਦੇ ਵਿੱਚ ਇਕੱਲਾ ਇਹੀ ਨਹੀਂ ਵੀ ਇਹਨੇ ਜਿਹੜਾ ਵਾਇਰ ਫਰਾਡ 'ਤੇ ਇੱਦਾਂ ਕੀਤਾ, ਇਹਨੇ ਧੱਕੇ ਦੇ ਨਾਲ ਕਿਤਾਬ ਜਿਹੜੀ ਆਪਣੀ ਲਗਵਾਈ। ਇਹ ਆਪਣੀ ਜਿਹੜੀ ਅਹੁਦੇ ਦਾ ਇਸ ਨੇ ਨਜਾਇਜ਼ ਫਾਇਦਾ ਵੀ ਜਿਹੜਾ ਇਸ ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਚੱਕਿਆ। 69 ਸਾਲਾਂ ਦੀ ਜਿਹੜੀ ਕੈਥਰੀਨ ਫੁੱਗ ਹੈਗੀ ਆ, ਹੁਣ ਜਿਹੜੀ ਬਾਲਟੀਮੋਰ ਦੀ ਇੱਕ ਟਾਈਮ ਦੇ ਉੱਤੇ ਜਿਹੜੀ ਉਹ ਮੇਅਰ ਰਹੀ ਆ, ਉਹ ਕਹਿੰਦੇ ਵੀ ਇਸ ਸ਼ਹਿਰ ਦੀ ਦੂਜੀ ਲਗਾਤਾਰ ਮੇਅਰ ਬਣੀ ਆ ਜਿਹਨੂੰ ਇਹ ਆਫਿਸ ਛੱਡਣਾ ਪਿਆ ਕਰਪਸ਼ਨ ਦੇ ਚਾਰਜਸ ਤੋਂ ਬਾਅਦ ਦੇ ਵਿੱਚ। ਕਈ ਵਾਰੀ ਜਿਹੜੇ ਆ ਨਾ ਲੋਕ ਜਦੋਂ ਉੱਚੇ ਅਹੁਦੇ ਦੇ ਉੱਤੇ ਪਹੁੰਚ ਜਾਂਦੇ ਆ, ਥੱਲਿਓਂ ਕਦੇ ਉੱਚੇ ਅਹੁਦੇ 'ਤੇ ਪਹੁੰਚ ਜਾਂਦੇ ਆ ਅਤੇ ਉਹਨਾਂ ਨੂੰ ਹਜਮ ਨਹੀਂ ਹੁੰਦਾ, ਉਹ ਜਿਹੜੀ ਪਾਵਰ ਆ ਕਈ ਵਾਰੀ ਉਹ ਹਜਮ ਨਹੀਂ ਹੁੰਦੀ। ਆਈ ਥਿੰਕ ਇੱਦਾਂ ਦੀ ਗੱਲ ਜਿਹੜੀ ਆ ਉਹ ਸਾਹਮਣੇ ਇਸ ਦੇ ਵਿੱਚ ਉਹ ਨਜ਼ਰ ਆ ਰਹੀ ਹੈਗੀ ਆ। ਸੋ FBI IRS ਦੀ ਜਿਹੜੀ ਕ੍ਰਿਮੀਨਲ ਡਿਵੀਜ਼ਨ ਆ ਉਹਨਾਂ ਨੇ ਇਸ ਦੇ ਘਰ ਦੇ ਉੱਤੇ ਛਾਪੇਮਾਰੀ ਵੀ ਜਿਹੜੀ ਉਹ ਕੀਤੀ ਸੀਗੀ। ਅਗਲੀ ਖਬਰ ਵੱਲ ਚਲੀਏ। ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਇੱਕ ਨੇਵੀ ਸੀਲ ਦਾ ਜਿਹੜਾ ਸੇਲਰ ਸੀਗਾ ਉਸ ਨੂੰ ਬਾਰ ਕ੍ਰਾਈਮ ਤੋਂ ਜਿਹੜਾ ਆ ਮਾਫੀ ਦੇ ਦਿੱਤੀ ਸੀਗੀ, ਕਿਉਂਕਿ ਉਹਨਾਂ ਨੂੰ ਚਾਰਜ ਕੀਤਾ ਗਿਆ ਸੀ ਇੱਕ ਮੋਸਲ ਇਰਾਕ ਦੇ ਵਿੱਚ ਇੱਕ ਜਿਹੜਾ ਓਪੋਜੀਸ਼ਨ ਜਿਹੜਾ ਉਸ ਟਾਈਮ ਜਿਹੜਾ ਉਹਨਾਂ ਦਾ ਮਿਲੀਟੈਂਟ ਸੀ ਉਸ ਨੂੰ ਮਾਰਨ, ਇਲੀਗਲੀ ਮਾਰਨ ਦੀ ਖਾਤਰ। ਅਤੇ ਬਾਅਦ ਦੇ ਵਿੱਚ ਉਸਨੇ ਜਿਹੜੀਆਂ ਉਹਦੀ ਬੋਡੀ ਸੀ ਉਹਦੇ ਨਾਲ ਫੋਟੋਆਂ ਖਿਚਾ ਕੇ ਪਾਈਆਂ ਸੀਆਂ। ਇਸ ਕਰਕੇ ਜਿਹੜਾ ਚੀਫ ਪੈਟੀ ਆਫੀਸਰ ਐਡਵਰਡ ਗੈਲਗਰ ਆ ਉਹਨੂੰ ਜਿਹੜਾ ਆ ਚਾਰਜ ਕੀਤਾ ਗਿਆ ਸੀ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨਾਂ ਨੂੰ ਮਾਫ ਕਰ ਦਿੱਤਾ। ਪਰ ਹੁਣ ਜਿਹੜੇ ਨੇਵੀ ਸੀਲ ਦੇ ਆਫਿਸ ਵਾਲੇ ਆ ਉਹ ਕਹਿੰਦੇ ਵੀ ਨਹੀਂ, ਅਸੀਂ ਉਸ ਨੂੰ ਆਪਣੀ ਜਿਹੜੀ ਆ ਜਿਹੜੀ ਇਹ ਸਾਡੀ ਡਿਪਾਰਟਮੈਂਟ ਆ ਉਹਦੇ ਵਿੱਚ ਨਹੀਂ ਰੱਖਣਾ, ਕਿਉਂਕਿ ਜਿਹੜੀ ਨੇਵੀ ਸੀਲਸ ਆ ਇਹ ਅਸੀਂ ਬਹੁਤ ਹੀ ਹਾਈਐਸਟ ਸਟੈਂਡਰਡ ਦੀ ਜਿਹੜੀ ਇੱਕ ਤਰ੍ਹਾਂ ਨਾਲ ਇਹ ਜਿਹੜੀ ਬ੍ਰਾਂਚ ਹੈਗੀ ਆ ਜਾਂ ਉਹਨੂੰ ਕੰਸੀਡਰ ਕੀਤਾ ਜਾਂਦਾ ਆ। ਐਕਸਟਰਾ ਆਰਡੀਨਰੀ ਪੀਪਲ ਜਿਹੜੇ ਇਹਦੇ ਵਿੱਚ ਹੁੰਦੇ ਹੈਗੇ ਆ ਅਤੇ ਇਹ ਸਾਡੇ ਨਾਮ 'ਤੇ ਇੱਕ ਤਰ੍ਹਾਂ ਦੇ ਨਾਲ ਧੱਬਾ ਹੋਊਗਾ। ਸੋ ਹੁਣ ਉਹ ਕਹਿੰਦੇ ਆ ਵੀ ਅਸੀਂ ਈਵਨ ਦੋ ਪ੍ਰੈਜ਼ੀਡੈਂਟ ਨੇ ਇਹਨੂੰ ਮਾਫ ਕਰ ਦਿੱਤਾ ਪਰ ਅਸੀਂ ਉਸ ਨੂੰ ਜਿਹੜੇ ਆ ਆਪਣੇ ਗਰੁੱਪ ਵਿੱਚ ਨਹੀਂ ਰੱਖਾਂਗੇ। ਨੇਵੀ ਨੇ ਇੱਕ ਟਾਈਮ ਦੇ ਉੱਤੇ ਜਿਹੜਾ ਹਰਜੋਤ ਸਿੰਘ ਜਿਸ ਦਾ ਰੈਂਕ ਡਰੋਪ ਕਰ ਦਿੱਤਾ ਸੀਗਾ, ਚੀਫ ਤੋਂ ਜਿਹੜਾ ਪੈਟੀ ਆਫਿਸਰ ਕਰ ਦਿੱਤਾ ਸੀਗਾ, ਅਤੇ ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫ਼ਤੇ ਜਿਹੜੇ ਆਪਣੇ ਇਸ ਆਰਡਰ ਦੇ ਨਾਲ ਉਹਦੇ ਰੈਂਕ ਨੂੰ ਦੁਬਾਰਾ ਜਿਹੜਾ ਮੁੜ ਬਹਾਲ ਵੀ ਕੀਤਾ ਸੀਗਾ।
ਅਤੇ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਜਿਹੜੇ ਨੇਵੀ ਵਾਲੇ ਆ ਉਹ ਇਹ ਇਸ ਦੇ ਨਾਲ 3 ਹੋਰ ਨੇਵੀ ਸੀਲਸ ਜਿਹੜੇ ਆ ਉਹਨਾਂ ਨੂੰ ਇਜੈਕਟ ਕਰਨ ਬਾਰੇ ਜਿਹੜੇ ਉਹ ਸੋਚ ਰਹੇ ਹੈਗੇ ਆ ਵੀ ਵਿਚਾਰ ਜਿਹੜਾ ਇਸ ਦੇ ਉੱਤੇ ਕੀਤਾ ਜਾਊਗਾ ਮੁੜ ਕੇ ਵੀ ਇਹਨਾਂ ਨੂੰ ਇਸ ਜਿਹੜੀ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਜਿਹੜਾ ਉਹ ਰੱਖਿਆ ਜਾਣਾ ਆ ਜਾਂ ਨਹੀਂ ਰੱਖਿਆ ਜਾਣਾ। ਸੋ ਇਸ ਦੇ ਨਾਲ 3 ਹੋਰ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਦੱਸੇ ਜਾ ਰਹੇ, ਲੈਫਟੀਨੈਂਟ ਕਮਾਂਡਰ ਰੋਬਰਟ ਬ੍ਰੀਸ਼, ਲੈਫਟੀਨੈਂਟ ਜੇਕਬ ਪੋਰਟੀਅਰ ਅਤੇ ਲੈਫਟੀਨੈਂਟ ਥੋਮਸ ਮਕਨੇਲ, ਇਹਨਾਂ ਨੂੰ ਵੀ ਜਿਹੜਾ ਆ ਉਹ ਰਿਵਿਊ ਦੇ ਵਿੱਚ ਹੈਗੇ ਨੇ ਵੀ ਇਹਨਾਂ ਨੂੰ ਜਿਹੜੇ ਨੇਵੀ ਦੇ ਸੀਲ ਡਿਪਾਰਟਮੈਂਟ ਦੇ ਵਿੱਚ ਰੱਖਿਆ ਜਾਵੇ ਜਾਂ ਉਹਨਾਂ ਨੂੰ ਕੱਢ ਦਿੱਤਾ ਜਾਵੇ। ਇਸ ਨੂੰ ਲੈ ਕੇ ਵੀ ਜਿਹੜੇ ਹਰਜੋਤ ਸਿੰਘ ਜੀ ਕਾਫੀ ਰੌਲਾ ਰੱਪਾ ਜਿਹੜਾ ਪਿਆ ਸੀ ਪਿਛਲੇ ਦਿਨਾਂ ਦੇ ਵਿੱਚ। ਰਾਸ਼ਟਰਪਤੀ ਟਰੰਪ ਨੇ ਇਸ ਦੇ ਨਾਲ ਹੋਰ ਵੀ ਕੁਝ ਹੋਰ ਲੋਕਾਂ ਨੂੰ ਜਿਹੜੀ ਉਹ ਮਾਫੀ ਦਿੱਤੀ ਸੀਗੀ। ਜੀ, ਅਗਲੀ ਖਬਰ ਜਿਹੜੀ ਆ ਉਹ ਹਾਂਗਕਾਂਗ ਦੇ ਨਾਲ ਰਿਲੇਟਡ ਆ। ਜੇ ਹਾਂਗਕਾਂਗ ਦੇ ਵਿੱਚ ਦੱਸਦੇ ਜਾਈਏ, US ਦੀ ਜਿਹੜੀ ਹੁਣ ਸੈਨੇਟ ਹੈਗੀ ਆ ਉਸ ਨੇ ਯੂਨੈਨੀਮਸਲੀ ਜਿਹੜਾ ਆ ਲੈਜਿਸਲੇਸ਼ਨ ਜਿਹੜਾ ਇੱਕ ਪਾਸ ਕਰ ਦਿੱਤਾ, ਜਿਹਦੇ ਮੁਤਾਬਕ ਹਾਂਗਕਾਂਗ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਜਿਹੜੇ ਹਿਊਮਨ ਰਾਈਟਸ ਆ ਉਹਨਾਂ ਨੂੰ ਜਿਹੜਾ ਸੇਫ ਰੱਖਿਆ ਜਾਊਗਾ। ਅਤੇ ਨਾਲ ਦੀ ਨਾਲ ਜਿਹੜਾ ਬੀਜਿੰਗ ਆ ਚਾਈਨਾ, ਉਹਨਾਂ ਦੀ ਨਿਖੇਧੀ ਵੀ ਕੀਤੀ ਗਈ ਹੈਗੀ ਆ। ਪਹਿਲਾਂ ਵੋਇਸ ਵੋਟ ਹੋਈ, ਉਹ ਤੋਂ ਬਾਅਦ ਹੁਣ ਜਿਹੜੀ ਇਹ ਕਾਂਗਰਸ ਦੇ ਵਿੱਚ ਵੀ ਜਾਊਗਾ। ਅਤੇ ਹਾਂਗਕਾਂਗ ਜਿਹੜਾ ਉਹ ਪਹਿਲਾਂ ਹੀ ਇਹ ਸੋਚ ਰਿਹਾ ਸੀ ਵੀ US ਜਿਹੜਾ ਇਸ ਤਰ੍ਹਾਂ ਕਰੇਗਾ। ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਨੇ ਇਹ ਕਿਹਾ ਵੀ ਜਿਹੜੇ ਹਾਂਗਕਾਂਗ ਦੇ ਲੋਕ ਆ ਉਹ ਆਪਣੀ ਆਟੋਨਮੀ ਅਤੇ ਆਪਣੀ ਜਿਹੜੀ ਆਜ਼ਾਦੀ ਮੰਗਦੇ ਹੈਗੇ ਆ ਅਤੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਵਾਇਲੈਂਸ ਜਿਹੜਾ ਜਾਂ ਰਿਪਰੈਸ਼ਨ ਇੱਦਾਂ ਦਾ ਨਹੀਂ ਕਰਨਾ ਚਾਹੀਦਾ। ਅਤੇ ਦੂਸਰਾ ਬਿੱਲ ਜਿਹੜਾ ਸੈਨੇਟ ਨੇ ਜਿਹੜਾ ਪਾਸ ਕੀਤਾ ਹੈਗਾ ਯੂਨੈਨੀਮਸਲੀ, ਉਹਦੇ ਮੁਤਾਬਕ US ਗਵਰਨਮੈਂਟ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਰਾਊਡ ਕੰਟਰੋਲ ਐਮੂਨੀਸ਼ਨ ਜਿੱਦਾਂ ਹੁੰਦਾ ਆ ਉਹ ਹਾਂਗਕਾਂਗ ਦੀ ਪੁਲਿਸ ਨੂੰ ਨਹੀਂ ਦੇਣਗੇ, ਜਿਹਦੇ ਵਿੱਚ ਜਿੱਦਾਂ ਟੀਅਰ ਗੈਸ ਹੋ ਗਈ, ਪੈਪਰ ਸਪਰੇਅ ਹੋ ਗਈ, ਰਬੜ ਬੁਲੇਟਸ ਹੋ ਗਈਆਂ, ਸਟਨ ਗਨਸ ਵਗੈਰਾ ਹੋ ਗਈਆਂ, ਇਹ ਸਮਾਨ ਉਹ ਹਾਂਗਕਾਂਗ ਨੂੰ ਨਹੀਂ ਦੇਣਗੇ। ਪਹਿਲੇ ਬਿੱਲ ਦੇ ਮੁਤਾਬਕ ਜਿਹੜੇ US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਹੈਗੇ ਆ ਉਹ ਐਟਲੀਸਟ ਸਾਲ ਦੇ ਵਿੱਚ ਸਰਟੀਫਾਈ ਕਰਨਗੇ ਵੀ ਹਾਂਗਕਾਂਗ ਦੇ ਵਿੱਚ ਲੋਕਾਂ ਦੇ ਕੋਲ ਆਜ਼ਾਦੀ ਹੈ, ਆਟੋਨਮੀ ਹੈ, ਨਹੀਂ ਤਾਂ ਜਿਹੜਾ ਆ ਹੋਰ ਜਿਹੜੇ ਉਹਨਾਂ ਦੇ ਉੱਤੇ ਬੰਦਿਸ਼ਾਂ ਜਿਹੜੀਆਂ US ਗਵਰਨਮੈਂਟ ਵੱਲੋਂ ਲਾਈਆਂ ਜਾ ਸਕਦੀਆਂ। ਇਹ ਤਾਂ ਚਲੋ ਹਰਜੋਤ ਸਿੰਘ ਜੀ ਸੈਨੇਟ ਅਤੇ ਹਾਊਸ ਜਿਹੜੇ ਬਿੱਲ ਪਾਸ ਜਿਹੜੇ ਉਹ ਕਰ ਦਿੰਦੀ ਆ। ਰਾਸ਼ਟਰਪਤੀ ਟਰੰਪ ਮੰਨਦੇ ਆ ਕਿ ਨਹੀਂ ਮੰਨਦੇ। ਸਾਊਦੀ ਅਰੇਬੀਆ ਦੇ ਉੱਤੇ ਵੀ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਸੀਗਾ ਵੀ ਇਹਨਾਂ ਨੂੰ ਕਿਸੇ ਵੀ ਤਰੀਕੇ ਦਾ ਹਥਿਆਰ ਜਿਹੜਾ ਆ ਉਹ ਨਹੀਂ ਦੇਣਾ। ਪਰ ਯਮਨ ਦੇ ਵਿੱਚ ਤਬਾਹੀ ਜਿਹੜੀ ਆ ਸਾਊਦੀ ਅਰੇਬੀਆ ਦੇ ਦੁਆਰਾ ਲਗਾਤਾਰ ਮਚਾਈ ਜਾ ਰਹੀ ਆ ਅਤੇ ਉਸ ਦੇ ਲਈ ਹਥਿਆਰਾਂ, ਮਿਜ਼ਾਈਲਾਂ ਜਿਹੜੀਆਂ ਲਗਾਤਾਰ ਆ ਅਮਰੀਕਾ ਦੇ ਦੁਆਰਾ ਉਹਨਾਂ ਨੂੰ ਵੇਚੀਆਂ ਗਈਆਂ। $multi-billion ਜਿਹੜੀ ਡੀਲ ਆ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੇ ਨਾਲ ਸੈਨੇਟ ਦੇ ਕਾਂਗਰਸ ਦੇ ਉਲਟ ਜਾ ਕੇ ਜਿਹੜੀ ਉਹਨਾਂ ਨੇ ਫਿਰ ਵੀ ਕਰ ਛੱਡੀ ਆ। ਇਹ ਸਟਨ ਗਨਾਂ ਦੇ ਸਾਹਮਣੇ ਜਿਹੜੀਆਂ ਉਹ ਮਿਜ਼ਾਈਲਾਂ ਜਿਹੜੀਆਂ ਵੇਚੀਆਂ ਜਾ ਰਹੀਆਂ ਉਸ ਦੇ ਬਾਰੇ ਕੋਈ ਬਹੁਤੀ ਚਰਚਾ ਜਿਹੜੀ ਉਹ ਨਹੀਂ ਆ ਰਹੀ। ਇਹ ਵੀ ਇੱਦਾਂ ਲੱਗ ਰਿਹਾ ਆ ਵੀ ਕਿਉਂਕਿ ਚਾਈਨਾ ਦੇ ਨਾਲ ਮਸਲਾ ਜੁੜਿਆ ਆ, ਇਸ ਕਰਕੇ ਸ਼ਾਇਦ ਰਾਸ਼ਟਰਪਤੀ ਟਰੰਪ ਕਾਂਗਰਸ ਨਾਲ ਮਿਲ ਕੇ ਜਿਹੜਾ ਉਹ ਇਸ ਦੇ ਉੱਤੇ ਸਾਈਨ ਵੀ ਜਿਹੜਾ ਉਹ ਕਰ ਦੇਣ, ਮੰਨ ਵੀ ਜਿਹੜੀ ਇਹ ਚੀਜ਼ ਨੂੰ ਉਹ ਜਾਣ। ਕਿਉਂਕਿ ਚਾਈਨਾ ਨੂੰ ਉਹਨਾਂ ਨੇ ਟਰੇਡ ਡੀਲ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਗੋਡੇ ਵੀ ਲਵਾਉਣੇ ਹੈਗੇ ਆ ਵੀ ਤਾਂ ਜੋ ਇਹਨਾਂ ਦੀ ਜਿਹੜੀ ਉਹ ਮੰਨਣ ਵੀ। ਉਸ ਦੇ ਉੱਤੇ ਜਿਹੜੇ ਬੀਜਿੰਗ ਦੇ ਵਿੱਚ ਆ ਉੱਦਾਂ ਚਾਈਨਾ ਵਾਲਿਆਂ ਨੇ ਇਸ ਦੇ ਉੱਤੇ ਤਲਖੀ ਜਿਹੜੀ ਆ ਉਹ ਜ਼ਾਹਰ ਜਿਹੜੀ ਉਹ ਕੀਤੀ ਆ ਵੀ ਕਹਿੰਦੇ ਵੀ ਇਹ ਸਾਡਾ ਅੰਦਰੂਨੀ ਜਿਹੜਾ ਇਹ ਮਾਮਲਾ ਹੈਗਾ ਆ ਅਤੇ ਬਾਹਰਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਦੇ ਵਿੱਚ ਕੁਛ ਕਹਿਣ ਦਾ ਜਿਹੜਾ ਆ ਉਹ ਜਿਹੜੀ ਚੀਜ਼ ਆ ਉਹ ਨਹੀਂ ਮੌਕਾ ਨਹੀਂ ਹੈਗਾ ਅਤੇ ਨਾ ਹੀ ਉਹਨਾਂ ਨੂੰ ਉਹ ਕੁਛ ਕਹਿਣਾ ਚਾਹੀਦਾ ਹੈ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਿੱਲ ਪਾਸ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਚਾਈਨਾ ਦੇ ਨਾਲ, ਕਿਉਂਕਿ ਇਕੱਲਾ ਇੱਕ ਨਹੀਂ ਕਈ ਤਰੀਕੇ ਤੋਂ ਜਿਹੜਾ ਇੱਕ ਫਰੰਟ ਜਿਹੜੇ ਓਪਨ ਹੋਏ ਨੇ ਵੀ ਉਹ ਟਰੇਡ ਨੂੰ ਲੈ ਕੇ ਕਿਸ ਤਰੀਕੇ ਦਾ ਜਿਹੜਾ ਮਸਲਾ ਜਿਹੜਾ ਉਹ ਬਣੂਗਾ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਜਿਹੜੀ ਦੇ ਦਿੱਤੀ ਸੀ ਚਾਈਨਾ ਨੂੰ ਵੀ ਜੇ ਤੁਸੀਂ ਟਰੇਡ ਡੀਲ ਸਾਡੇ ਨਾਲ ਨਹੀਂ ਕਰੋਗੇ ਤਾਂ ਫਿਰ ਜਿਹੜੇ ਵਾਧੂ ਲਾਉਣ ਵਾਲੇ ਜਿਹੜੇ ਟੈਕਸ ਆ, ਟੈਰਿਫਸ ਆ, ਉਹਨਾਂ ਦੇ ਲਈ ਤੁਸੀਂ ਤਿਆਰ ਰਹੋ। ਜੀ, ਅਤੇ ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਦੁਨੀਆ ਦੇ ਇਸ ਵਾਰੀ ਜਿਹੜੀ ਅਲੀਬਾਬਾ ਜਿਹੜੀ ਕੰਪਨੀ ਹੈਗੀ ਆ ਚਾਈਨਾ ਦੀ, ਉਹਨਾਂ ਨੇ ਆਪਣੇ ਜਿਹੜੇ ਸ਼ੇਅਰ ਹੈਗੇ ਆ ਹਾਂਗਕਾਂਗ ਡਾਲਰਸ ਦੇ ਮੁਤਾਬਕ ਜਿਹੜੇ ਵੇਚਣੇ ਹੁਣ ਸ਼ੁਰੂ ਕਰ ਦਿੱਤੇ ਹੈਗੇ। 176 ਹਾਂਗਕਾਂਗ ਡਾਲਰਸ ਦਾ ਇੱਕ ਸ਼ੇਅਰ ਹੋਊਗਾ ਜਿਹੜਾ ਕਿ US ਦੇ $22 ਅਤੇ 48 ਸੈਂਟ ਬਣਦਾ ਹੈਗਾ ਆ। ਇਹ ਜਿਹੜੀ ਕਹਿੰਦੇ ਭਈ ਇਸ ਵਰਲਡ ਦੀ ਸਭ ਤੋਂ ਵੱਡੀ ਜਿਹੜੀ ਕੰਪਨੀ ਹੋਊਗੀ ਜਿਹੜੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ੇਅਰ ਆ ਉਹ ਸੈੱਲ ਕਰਨਗੇ। ਜੀ ਜੀ,
ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਮਰੀਕਾ ਨੇ, ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੇ ਇੰਡੀਆ ਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਨੇਵੀ ਦੀ ਡੀਲ ਆ ਉਸ ਨੂੰ ਓਕੇ ਜਿਹੜਾ ਉਹ ਕਰ ਦਿੱਤਾ ਆ। $1 ਬਿਲੀਅਨ ਦੀ ਜਿਹੜੀ ਨੇਵੀ ਦੇ ਹਥਿਆਰ ਆ ਉਹ ਇੰਡੀਆ ਨੂੰ ਅਮਰੀਕਾ ਜਿਹੜਾ ਆ ਉਹ ਵੇਚਣ ਜਾ ਰਿਹਾ ਆ। BAE ਸਿਸਟਮ, ਲੈਂਡ ਅਤੇ ਆਰਨਾਮੈਂਟਸ, ਉਹਨਾਂ ਦੇ ਦੁਆਰਾ ਜਿਹੜੇ ਹਥਿਆਰ ਆ ਬਣਾ ਕੇ ਇੰਡੀਆ ਨੂੰ ਵੇਚੇ ਜਾਣਗੇ, ਤਾਂ ਜੋ ਕਹਿੰਦੇ ਵੀ ਇੰਡੀਆ ਦੀ ਜਿਹੜੀ ਨੇਵੀ ਆ ਉਹਨਾਂ ਦਾ ਜਿਹੜਾ ਵੈਪਨ, ਐਨਮੀ ਵੈਪਨ ਸਿਸਟਮ ਤੋਂ ਜਿਹੜਾ ਉਹਨਾਂ ਨੂੰ ਖਤਰਾ ਆ ਉਸ ਦੇ ਲਈ ਉਹ ਤਿਆਰ ਰਹਿਣ। ਕਹਿੰਦੇ ਵੀ ਇਸ ਮਿਲਟਰੀ ਸੇਲ ਦੇ ਵਿੱਚ, ਫੋਰਨ ਮਿਲਟਰੀ ਸੇਲ ਦੇ ਵਿੱਚ 13 MK 45 5 ਇੰਚ 42 ਕੈਲੀਬਰ ਜਿਹੜੀਆਂ ਨੇਵਲ ਗਨਜ਼ ਜਿਹੜੀਆਂ ਆ ਉਹ ਇਹਨਾਂ ਨੂੰ ਵੇਚੀਆਂ ਜਾਣੀਆਂ, ਜਿਨ੍ਹਾਂ ਦੀ ਕੀਮਤ ਤਕਰੀਬਨ $1 ਬਿਲੀਅਨ ਜਿਹੜੀ ਆ ਉਹ ਹੋਵੇਗੀ। ਸੋ ਇੱਥੇ ਜਿਹੜੇ ਕਾਫੀ ਜਿਹੜੇ ਖਾਸ ਕਰਕੇ ਜਿਹੜੇ ਲੋਕ ਵਿਰੋਧ ਕਰਦੇ ਹੁੰਦੇ ਆ ਵੀ ਇੰਡੀਆ ਦੇ ਵਿੱਚ ਇੱਦਾਂ, ਇੰਡੀਆ ਦੇ ਵਿੱਚ ਉੱਦਾਂ, ਅਤੇ ਅਮਰੀਕਾ ਵਾਲਿਆਂ ਨੂੰ ਕਾਫੀ ਜਿਹੜੇ ਉਹ ਜਿਹੜੇ ਚੱਕ ਕੇ ਰੱਖਦੇ ਆ ਵੀ ਇਹ ਹਮੇਸ਼ਾ ਉਹਨਾਂ ਦੇ ਨਾਲ, ਜਿਹੜੇ ਅਮਰੀਕਾ ਵਾਲੇ ਹਮੇਸ਼ਾ ਖੜ੍ਹਦੇ ਨੇ, ਪਰ ਹੁਣ ਉਹਨਾਂ ਦੇ ਨਾਲ ਇਨ ਦੀ ਐਂਡ, ਕਿਉਂਕਿ ਡਾਲਰਾਂ ਦੇ ਮੋਹਰੇ ਸਾਰੀਆਂ ਚੀਜ਼ਾਂ ਜਿਹੜੀਆਂ ਬਾਅਦ ਦੇ ਵਿੱਚ ਉਹ ਫਿੱਕੀਆਂ ਜਿਹੀਆਂ ਜਿਹੜੀਆਂ ਉਹ ਪੈ ਜਾਂਦੀਆਂ ਨੇ। ਸੋ ਇਸ ਲਈ ਉਹਨਾਂ ਨੇ $1 ਬਿਲੀਅਨ ਜਿਹੜੇ ਮੋਹਰੇ ਰੱਖੇ ਆ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਹਾਲ ਦੀ ਘੜੀ ਜਿਹੜੀਆਂ ਪਿੱਛੇ ਰੱਖੀਆਂ ਆ। ਆਪਾਂ ਦੇਖਿਆ ਸੀਗਾ ਵੀ ਜੰਮੂ ਕਸ਼ਮੀਰ ਦੇ ਉੱਤੇ ਜਦੋਂ ਇੱਕ ਇੱਥੇ ਦੇ ਹਾਊਸ ਰਿਪਰੈਜ਼ੈਂਟੇਟਿਵ ਨੇ ਇੱਕ ਬਿਆਨ ਵੀ ਦਿੱਤਾ ਸੀਗਾ, ਅਤੇ ਬਾਅਦ ਦੇ ਵਿੱਚ ਉਸਨੇ ਅਗਲੇ ਨੇ ਥੋੜ੍ਹੇ ਹੀ ਦਿਨਾਂ ਦੇ ਵਿੱਚ ਜਿਹੜੀ ਇਹਨਾਂ ਦੇ ਪ੍ਰੈਸ਼ਰ ਦੇ ਅਧੀਨ ਜਿਹੜੀ ਉਹ ਬਾਅਦ ਦੇ ਵਿੱਚ ਮਾਫੀ ਵੀ ਜਿਹੜੀ ਉਹ ਮੰਗ ਲਈ ਸੀਗੀ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਾਰਥ ਕੈਰੋਲੀਨਾ ਤੋਂ ਆ ਰਹੀ ਆ। ਨਾਰਥ ਕੈਰੋਲੀਨਾ ਦੇ ਵਿੱਚ ਇੱਕ ਕੌਨਫੈਡਰੇਟ ਮੋਨੂਮੈਂਟ ਸੀਗਾ, ਉਸ ਨੂੰ ਕੋਰਟ ਹਾਊਸ ਦੇ ਅੱਗਿਓਂ ਰਿਮੂਵ ਕੀਤਾ ਜਾ ਰਿਹਾ ਹੈਗਾ। 112 ਸਾਲ ਪਹਿਲਾਂ ਲਾਇਆ ਗਿਆ ਇਹ ਜਿਹੜਾ ਮੋਨੂਮੈਂਟ ਸੀ, ਉਸ ਨੂੰ ਜਿਹੜਾ ਆ ਕੋਰਟ ਵੱਲੋਂ ਆਰਡਰ ਕਰ ਦਿੱਤਾ ਗਿਆ ਵੀ ਤੁਸੀਂ ਰਿਮੂਵ ਕਰ ਸਕਦੇ ਹੈਗੇ ਆ। ਇਹ ਚੈਥਮ ਕਾਉਂਟੀ ਕੋਰਟ ਹਾਊਸ ਜਿਹੜਾ ਆ ਪਿਟਸਬਰੋ, ਜਿਹੜਾ ਕਿ 35 ਮੀਲ ਰੈਲੇ ਦੇ ਪਰਾਂ ਹੈਗਾ ਆ, ਉੱਥੇ ਲੱਗਿਆ ਹੋਇਆ ਸੀ 112 ਸਾਲਾਂ ਤੋਂ, ਅਤੇ ਇਸ ਨੂੰ ਹੁਣ ਰਿਮੂਵ ਕੀਤਾ ਗਿਆ ਆ। ਅਤੇ ਪਿੱਛੇ ਜਿਹੇ ਜਿਨ੍ਹਾਂ ਨੇ ਪਰਿਵਾਰਾਂ ਨੇ ਉਸ ਟਾਈਮ ਦੇ ਉੱਤੇ ਇਸ ਮੋਨੂਮੈਂਟ ਨੂੰ ਲਾਉਣ ਦੇ ਲਈ ਪੈਸੇ ਦਿੱਤੇ ਸੀ, ਉਹਨਾਂ ਨੇ ਜਿਹੜਾ ਸੂਹ ਵੀ ਕੀਤਾ ਸੀ, ਪਰ ਜੱਜ ਨੇ ਜਿਹੜਾ ਆ ਰੂਲਿੰਗ ਇਹ ਦੇ ਦਿੱਤੀ ਵੀ ਇਸ ਨੂੰ ਜਿਹੜਾ ਰਿਮੂਵ ਕੀਤਾ ਜਾ ਸਕਦਾ। ਸੋ ਹੁਣ ਉਸ ਨੂੰ ਰਿਮੂਵ ਕਰਕੇ ਕਹਿੰਦੇ ਇੱਕ ਸੇਫ ਲੋਕੇਸ਼ਨ 'ਤੇ ਕਿਤੇ ਰੱਖਿਆ ਜਾਊਗਾ। ਉਸ ਤੋਂ ਬਾਅਦ ਮੇਬੀ ਹੋਰ ਕਿਸੇ ਜਿਹੜੀ ਲੋਕੇਸ਼ਨ ਆ ਉੱਥੇ ਸੈਟਅਪ ਕੀਤਾ ਜਾਊਗਾ। ਇਹ ਪਿਛਲੇ ਸਾਲਾਂ 'ਚ ਕਾਫੀ ਜਗ੍ਹਾ ਤੋਂ ਜਿਹੜੇ ਹੈਗੇ ਆ ਕੌਨਫੈਡਰੇਟ ਦੇ ਮੋਨੂਮੈਂਟਸ ਉਹ USA ਦੇ ਵਿੱਚ ਰਿਮੂਵ ਕੀਤੇ ਗਏ ਹੈਗੇ ਆ। ਜੀ, ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਇੱਦਾਂ ਹੀ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ। ਜੀ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ, ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ, ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ। ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516, 647 856 2516। ਸੁਜੋਕ ਹੋਮਿਓਪੈਥਿਕ ਕਲੀਨਿਕ, 145 ਕਲੀਅਰੈਂਸ ਸਟਰੀਟ, ਯੂਨਿਟ ਨੰਬਰ 26, ਬ੍ਰੈਂਪਟਨ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ, 408 272 2500। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ।
ਤੱਖੜ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ हेयर रिमूवल, fillers, wrinkles relaxers, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ MD 9166889994 8191 Timberlake Way Suite 350 ਅਤੇ 400 Sacramento। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry Elk Grove। ਕੀ ਤੁਸੀਂ ਆਪਣੇ ਪਿਆਰੇ ਨੂੰ ਇੰਡੀਆ ਵਿੱਚ ਬੈਠੇ ਪੈਸੇ ਘੱਲਣੇ ਹਨ ਤਾਂ ਅੱਜ ਹੀ ਵਰਤੋ ਵੀਆ ਮਨੀ ਟ੍ਰਾਂਸਫਰ। ਬਹੁਤ ਹੀ ਤੇਜ਼, ਬਹੁਤ ਹੀ ਸੁਰੱਖਿਅਤ ਅਤੇ ਬਹੁਤ ਹੀ ਘੱਟ ਟ੍ਰਾਂਸਫਰ ਫੀਸ ਦੇ ਉੱਤੇ ਪਿਛਲੇ 30 ਸਾਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਹਨ ਤੇ ਗਰੰਟੀ ਕਰਦੇ ਹਨ ਵੀਆ ਮਨੀ ਟ੍ਰਾਂਸਫਰ ਦੇ ਨਾਲ ਤੁਹਾਨੂੰ ਹਮੇਸ਼ਾ ਜ਼ਿਆਦਾ ਮਿਲੇਗਾ। ਕੀ ਤੁਸੀਂ ਵੀ ਵੀਆ ਮਨੀ ਟ੍ਰਾਂਸਫਰ ਦੇ ਏਜੰਟ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਅਨਵਰ ਮੁਹੰਮਦ 714 393 0990 714 393 0990। Watch out! Bhai, why aren't you playing? I don't have a cricket bat. Wait, where are you going? I received text from Bhaiya. He sent money through Ria. I won't be long. Hello, Bhaiya. Yes, got your money from the nearby Ria location. I bought Bhaiya cricket bat and he's so happy. Thank you, Bhaiya. With thousands of locations across India, loved ones can receive money in minutes. Go to riamoneytransfer.com and find the Ria location nearest you. ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੁੱਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹੋਏ ਆਪਾਂ ਜਾਈਏ। ਈਰਾਨ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਕਾਫੀ ਜਿਹੜੇ ਆ ਪ੍ਰੋਟੈਸਟ ਵਗੈਰਾ ਜਿਹੜੇ ਚੱਲ ਰਹੇ ਸੀ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਤੇ ਹੋਰ ਜਿਹੜੀ ਅਨਇੰਪਲੋਇਮੈਂਟ ਵਗੈਰਾ ਹੈ ਉਸ ਨੂੰ ਲੈ ਕੇ। ਉਸ ਦੇ ਉੱਤੇ ਜਿਹੜੇ ਈਰਾਨ ਦੇ ਪ੍ਰੈਜ਼ੀਡੈਂਟ ਹਸਨ ਰੂਹਾਨੀ ਉਹਨਾਂ ਨੇ ਅੱਜ ਜਿਹੜਾ ਡਿਕਲੇਅਰ ਕਰ ਦਿੱਤਾ, ਕਹਿੰਦੇ ਵੀ ਜਿਹੜਾ ਅਨਰੈਸਟ ਸੀਗਾ ਉਹ ਹੁਣ ਪੁੱਟ ਡਾਊਨ ਕਰ ਦਿੱਤਾ ਹੈ, ਖ਼ਤਮ ਕਰ ਦਿੱਤਾ ਗਿਆ ਆ ਤੇ ਕਹਿੰਦੇ ਵੀ ਇਹ ਸਾਡੀ ਜਿੱਤ ਹੋਈ ਆ। ਜਿਹੜੀਆਂ ਫੋਰਨ ਐਨਮੀਜ਼ ਆ ਉਹਨਾਂ ਦੇ ਦੁਆਰਾ ਜਿਹੜੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਆ ਤੇ ਕਹਿੰਦੇ ਮੁਲਕ ਦੇ ਵਿੱਚ ਜਾਣ ਬੁੱਝ ਕੇ ਹਿੰਸਕ ਜਿਹੜੇ ਪ੍ਰਦਰਸ਼ਨ ਆ ਉਹਨਾਂ ਦੇ ਦੁਆਰੇ ਜਿਹੜੇ ਉਹ ਕਰਵਾਏ ਜਾ ਰਹੇ ਆ। ਈਰਾਨ ਦੇ ਹਾਲਾਤ ਓਵਰਆਲ ਇਕਨੋਮਿਕਲੀ ਜੇ ਦੇਖਿਆ ਜਾਵੇ ਆਰਥਿਕਤਾ ਦੇ ਤੌਰ ਦੇ ਉੱਤੇ ਕੋਈ ਬਹੁਤੇ ਚੰਗੇ ਜਿਹੜੇ ਉਹ ਨਹੀਂ ਜਿਹੜੇ ਚੱਲ ਰਹੇ। ਅਮਨੈਸਟੀ ਇੰਟਰਨੈਸ਼ਨਲ ਨੇ ਦੱਸਿਆ ਵੀ ਇੱਥੇ ਜਿਹੜੇ ਆ ਕੁੱਲ 106 ਜਾਣਿਆਂ ਦੀ ਪ੍ਰੋਟੈਸਟਰਸ ਆ ਉਹਨਾਂ ਦੀ ਮੌਤ ਜਿਹੜੀ ਆ ਉਹ ਹੋਈ ਆ ਉੱਥੇ ਸਿਕਿਉਰਿਟੀ ਜਿਹੜੇ ਫੋਰਸਿਸ ਆ ਉਹਨਾਂ ਦੇ ਦੁਆਰਾ। ਕਹਿੰਦੇ 1979 ਦੇ ਜਿਹੜਾ ਇਸਲਾਮਿਕ ਰੈਵੋਲਿਊਸ਼ਨ ਆਇਆ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਸਭ ਤੋਂ ਭਿਆਨਕ ਜਿਹੜੇ ਪ੍ਰਦਰਸ਼ਨ ਆ ਉਹਨਾਂ ਦੇ ਵਿੱਚੋਂ ਇਹ ਗਿਣੇ ਜਾ ਰਹੇ ਆ ਜਿਨ੍ਹਾਂ ਵਿੱਚ ਇੰਨੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਹੋਈਆਂ ਆ। ਈਰਾਨ ਦੇ ਵਿੱਚ ਵੀ ਇੰਡੀਆ ਵਾਂਗੂ ਜਿੱਦਾਂ ਜੰਮੂ ਕਸ਼ਮੀਰ 'ਚ ਉਹਨਾਂ ਨੇ ਇੰਟਰਨੈਟ ਬੰਦ ਕੀਤਾ ਸੀ, ਇੱਥੇ ਵੀ ਈਰਾਨ ਵਾਲਿਆਂ ਨੇ ਜਿਹੜਾ ਇੰਟਰਨੈਟ ਆ ਉਸ ਨੂੰ ਬੰਦ ਕਰ ਦਿੱਤਾ ਹੋਇਆ ਆ ਤੇ ਇਸ ਤਰੀਕੇ ਦੇ ਨਾਲ ਜਿਹੜੇ ਇਸ ਰੈਵੋਲਿਊਸ਼ਨ ਨੂੰ ਜਾਂ ਜਿਹੜੇ ਲੋਕਾਂ ਦੇ ਵਿਰੋਧ ਆ
ਉਸ ਨੂੰ ਦੱਬਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ। 2009 ਦੇ ਵਿੱਚ ਵੀ ਉੱਥੇ ਇੱਕ ਗ੍ਰੀਨ ਰੈਵੋਲਿਊਸ਼ਨ ਆਇਆ ਸੀਗਾ, ਪਰ ਉਦੋਂ ਵੀ ਜਿਹੜੇ ਉੱਥੋਂ ਦੇ ਸ਼ਾਸਕਾਂ ਦੇ ਦੁਆਰਾ ਪ੍ਰਸ਼ਾਸਨ ਦੇ ਦੁਆਰਾ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਉੱਤੇ ਜਿਹੜੀਆਂ ਕਹਿ ਲਓ ਵੀ ਗੋਲੀਆਂ ਜਾਂ ਅਤਿਆਚਾਰ ਕਰਕੇ ਉਹਨਾਂ ਨੂੰ ਮਾਰ ਕੇ ਅਤੇ ਫਿਰ ਇਹ ਜਿਹੜਾ ਉੱਥੇ ਦਾ ਉਸ ਟਾਈਮ ਦਾ ਰੈਵੋਲਿਊਸ਼ਨ ਵੀ ਉਹਨਾਂ ਨੇ ਦਬਾ ਲਿਆ ਸੀਗਾ। ਅਤੇ ਈਰਾਨ ਦੇ ਨਾਲ ਜਿਹੜੀ ਇਸ ਟਾਈਮ ਤਲਖੀ ਆ, ਖਾਸ ਕਰਕੇ ਅਮਰੀਕਾ ਦੀ ਕਾਫੀ ਜ਼ਿਆਦਾ ਉਹ ਵਧੀ ਹੋਈ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਸ਼ਿਕਾਗੋ ਤੋਂ ਆ ਰਹੀ ਆ। ਸ਼ਿਕਾਗੋ ਦੇ ਵਿੱਚ ਜੱਸੀ ਸਮੋਲਟ ਜਿਹੜਾ ਹੈਗਾ ਇੱਕ ਐਕਟਰ ਸੀ, ਜਿਸ ਨੇ ਪਿਛਲੇ ਸਾਲ ਇੱਕ ਡਰਾਮਾ ਰਚਿਆ ਸੀ ਵੀ ਮੈਨੂੰ ਜੀ 2 ਕਾਲੇ ਮੂਲ ਦੇ ਲੋਕਾਂ ਨੇ ਜਿਹੜੇ ਹੈਗੇ ਆ ਉਹਨਾਂ ਨੇ ਕੁੱਟਿਆ ਇਸ ਕਰਕੇ ਕਿਉਂਕਿ ਉਹ ਖੁਦ ਗੇ ਹੈਗਾ ਅਤੇ ਉਹਨਾਂ ਨੇ ਮੈਗਾ ਹੈਟਸ ਪਾਈਆਂ ਸੀਆਂ। ਬਾਅਦ ਦੇ ਵਿੱਚ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਅਤੇ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਸਾਰੀ ਜਿਹੜੀ ਕੁੱਟਮਾਰ ਹੈ ਉਸ ਨੇ ਸੈਟਅਪ ਕੀਤੀ ਸੀ ਲੋਕਾਂ ਤੋਂ ਸਿੰਪਥੀ ਲੈਣ ਦੇ ਲਈ। ਉਸ ਤੋਂ ਬਾਅਦ ਸ਼ਿਕਾਗੋ ਪੁਲਿਸ ਨੇ ਜਿਹੜਾ $10,000 ਦੇ ਕਰੀਬ ਜਿਹੜਾ ਇਹਦੇ 'ਤੇ ਕੇਸ ਕੀਤਾ ਸੀ ਵੀ ਸਾਡਾ ਇੰਨਾ ਇਨਵੈਸਟੀਗੇਸ਼ਨ 'ਤੇ ਲੱਗਿਆ ਅਤੇ ਪੈਸੇ ਸਾਨੂੰ ਪੇ ਕਰੇ। ਹੁਣ ਜਿਹੜਾ ਆ ਜੱਸੀ ਸਮੋਲਟ ਨੇ ਸਿਟੀ ਆਫ ਸ਼ਿਕਾਗੋ ਨੂੰ ਜਿਹੜਾ ਸੂ ਕੀਤਾ ਆ ਵੀ ਮੈਨੂੰ ਜਿਹੜਾ ਆ ਗਲਤ ਜਿਹੜਾ ਇਹ ਇਹਨਾਂ ਨੇ ਸੂ ਕੀਤਾ ਹੈਗਾ ਆ। ਸੋ ਮੈਨੂੰ ਜਿਹੜੇ $10,000 ਇਹ ਸਿਟੀ ਆਫ ਸ਼ਿਕਾਗੋ ਨੂੰ ਨਹੀਂ ਦੇਣੇ ਚਾਹੀਦੇ। ਜੀ, ਉਹਨਾਂ ਨੇ ਸੂ ਕੀਤਾ ਵੀ ਕਹਿੰਦੇ ਵੀ ਮੇਰੇ ਨਾਲ ਬੇਸਿਕਲੀ ਜਿਹੜਾ ਉਹ ਧੱਕਾ ਜਿਹੜਾ ਹੋਇਆ ਸੀਗਾ। ਕਹਿੰਦਾ ਵੀ ਜਿਹੜੇ 2 ਮਾਸਕਡ ਮੈਨ ਸੀ ਉਹਨਾਂ ਨੇ ਮੂੰਹ ਦੇ ਉੱਤੇ ਜਿਹੜਾ ਕੁਛ ਪਾ ਕੇ ਜਿਹੜਾ ਇਸ ਦੇ ਉੱਤੇ ਹਮਲਾ ਕੀਤਾ ਸੀਗਾ। ਅਤੇ ਇਹ ਚੀਜ਼ ਜਿਹੜੀ ਉਹ ਬਾਅਦ ਦੇ ਵਿੱਚ ਸਾਹਮਣੇ ਆਈ ਸੀ ਵੀ ਇਸਨੇ ਤਾਂ ਇਹ ਸਿਰਫ ਇੱਕ ਢੋਂਗ ਹੀ ਜਿਹੜਾ ਆ ਉਹ ਰਚਿਆ ਸੀਗਾ ਵੀ ਮੇਰੇ ਨਾਲ ਇੱਦਾਂ ਜਿਹੜਾ ਹੋਇਆ ਆ। ਕਈ ਥਾਵਾਂ ਦੇ ਉੱਤੇ ਰਿਪੋਰਟਾਂ 'ਚ ਜਿਹੜੀ ਇਹ ਵੀ ਗੱਲ ਸਾਹਮਣੇ ਆਈ ਸੀ, ਕਹਿੰਦੇ ਵੀ ਜਦ ਕਹਿੰਦੇ ਸੀ ਵੀ ਇੱਥੇ ਹਮਲਾ ਹੋਇਆ ਉਹ ਆਪ ਵੀ ਜਦੋਂ ਉਸ ਟਾਈਮ ਦੇ ਉੱਥੇ ਮੌਜੂਦ ਨਹੀਂ ਸੀਗਾ, ਸਿਰਫ ਹਵਾ ਦੇ ਵਿੱਚ ਜਿਹੜੀ ਗੱਲ ਬਣਾਈ ਸੀ। ਉਸ ਟਾਈਮ ਦੇ ਉੱਤੇ ਇੱਕ ਜਿਹੜਾ ਕੋਈ ਇੱਕ ਚਰਚਿਤ ਨਾਟਕ ਦੇ ਵਿੱਚ ਜਿਹੜਾ ਉਹ ਕੰਮ ਕਰ ਰਿਹਾ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਇੱਕ ਜਿਹੜਾ 20 ਸਾਲਾਂ ਦਾ ਜਿਹੜਾ ਬੰਦਾ ਸੀਗਾ ਜਿਹੜਾ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਰਹਿ ਰਿਹਾ ਸੀਗਾ, ਇਲੀਗਲ ਇਮੀਗਰੈਂਟ ਸੀਗਾ, ਉਹ ਕਹਿੰਦੇ ਵੀ ਮੈਕਸੀਕੋ ਨੂੰ ਭੱਜ ਗਿਆ ਜਦੋਂ ਓਰੇਗਨ ਦੇ ਵਿੱਚ ਇੱਕ ਡੈਡਲੀ ਕਰੈਸ਼ ਤੋਂ ਬਾਅਦ ਦੇ ਵਿੱਚ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਸੀਗਾ। ਪਰ ਜੇਲ੍ਹ ਵਾਲਿਆਂ ਨੇ ਜਿਹੜੀ ਆਈਸ ਦੇ ਦੁਆਰਾ ਉਸ ਨੂੰ ਹੋਲਡ ਕਰਕੇ ਰੱਖਣ ਦੀ ਰਿਕੁਐਸਟ ਸੀਗੀ, ਉਸ ਨੂੰ ਜਿਹੜਾ ਉਹਨਾਂ ਨੇ ਨਹੀਂ ਮੰਨਿਆ ਅਤੇ ਉਸ ਨੂੰ ਛੱਡ ਦਿੱਤਾ ਅਤੇ ਬਾਅਦ ਦੇ ਵਿੱਚ ਉਹ ਮੈਕਸੀਕੋ ਦੇ ਵਿੱਚ ਫਰਾਰ ਹੋਣ ਦੇ ਵਿੱਚ ਉਹ ਕਾਮਯਾਬ ਹੋ ਗਿਆ। 20 ਸਾਲਾਂ ਦਾ ਜਿਹੜਾ ਇਹ ਬੰਦਾ ਅਲਹੈਂਦਰੋ ਮੈਲਡੋਨਾਡੋ ਹਰਨਾਂਡੇਜ਼ ਨਾਂ ਦਾ ਜਿਹੜਾ ਬੰਦਾ ਆ, ਇਹ ਕਹਿੰਦਾ ਵੀ ਕਥਿਤ ਤੌਰ 'ਤੇ ਉੱਤੇ ਮੈਕਸੀਕੋ ਦੇ ਵਿੱਚ ਮੈਕਸੀਕੋ ਨੂੰ ਫਰਾਰ ਹੋ ਗਿਆ ਜਦੋਂ ਅਗਸਤ ਦੇ ਵਿੱਚ ਇਸ ਨੇ ਜਿਹੜੀ ਆ ਬੇਲ ਆ ਉਹ ਪੋਸਟ ਕਰ ਦਿੱਤੀ ਸੀਗੀ। ਇੱਕ ਐਕਸੀਡੈਂਟ ਦੇ ਵਿੱਚ ਜਿਹੜੇ ਦੂਜੇ ਜਿਹੜੇ ਸੀਗੀ ਔਰਤ ਆ ਇੱਕ, ਉਸ ਦੀ ਜਿਹੜੀ ਉਦੋਂ ਮੌਤ ਹੋ ਗਈ ਸੀਗੀ। ਓਵਰਆਲ ਜਿਹੜੇ ਇਹਨਾਂ ਨੇ ਵੀ ਬਾਅਦ ਦੇ ਵਿੱਚ ਕਿਉਂਕਿ ਇਸ ਨੇ ਇੱਕ ਹਿਸਾਬ ਦੇ ਨਾਲ ਵਹੀਕਲ ਮੈਨਸਲੌਟਰ ਦੇਖੋ ਪਤਾ ਨਹੀਂ ਜਿਹੜੇ ਵੀ ਚਾਰਜਿਸ ਇਸ ਦੇ ਉੱਤੇ ਜਿਹੜੇ ਉਹ ਲੱਗਣੇ ਸੀਗੇ ਉਹ ਲੱਗਦੇ ਅਤੇ ਫਿਰ ਉਸ ਨੂੰ ਉਸ ਦੀ ਜਿਹੜੀ ਸਜ਼ਾ ਮਿਲਣੀ ਸੀਗੀ। ਇਹੀ ਜਿਹੜੀ ਚੀਜ਼ ਕਿਤੇ ਨਾ ਕਿਤੇ ਉਹ ਸ਼ਾਇਦ ਚਾਹੁੰਦੇ ਵੀ ਸੀਗੇ ਜਾਂ ਆਈਸ ਵਾਲਿਆਂ ਨੇ ਖੁਦ ਉਸ ਨੂੰ ਜਿਹੜਾ ਡਿਪੋਰਟ ਕਰਨਾ ਸੀ, ਪਰ ਉਹ ਉਹਨਾਂ ਦਾ ਕੰਮ ਉਸਨੇ ਖੁਦ ਹੀ ਆਸਾਨ ਕਰਕੇ ਆਪ ਹੀ ਜਿਹੜਾ ਮੈਕਸੀਕੋ ਨੂੰ ਭੱਜ ਗਿਆ। ਜੀ, ਅਗਲੀ ਖਬਰ ਜਿਹੜੀ ਜਰਮਨੀ ਤੋਂ ਆ ਰਹੀ ਆ। ਜਰਮਨੀ ਦੇ ਵਿੱਚ ਇੱਕ ਜਰਮਨੀ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਜਿਹੜੇ ਪ੍ਰੈਜ਼ੀਡੈਂਟ ਰਿਚਰਡ ਬੌਨ ਵੀਜ਼ੇਕਰ, ਉਹਨਾਂ ਦਾ ਜਿਹੜਾ ਇੱਕ 54 ਸਾਲਾਂ ਦਾ ਸਨ ਸੀ, ਫਿਜ਼ੀਸ਼ੀਅਨ ਸੀ, ਉਹ ਇੱਕ ਲੈਕਚਰ ਦੇ ਰਿਹਾ ਸੀ ਜਦੋਂ ਕਿਸੇ ਨੇ ਆਡੀਅੰਸ ਦੇ ਵਿੱਚੋਂ ਜੰਪ ਕਰਕੇ ਉਹਦੇ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਅਤੇ ਉਹਨੂੰ ਉੱਥੇ ਹੀ ਮਾਰ ਦਿੱਤਾ। 57 ਸਾਲਾਂ ਦਾ ਜਿਹੜਾ ਇਹ ਜਰਮਨ ਦਾ ਫਿਜ਼ੀਸ਼ੀਅਨ ਸੀਗਾ ਜਿਸ ਨੂੰ ਚਾਕੂਆਂ ਨਾਲ ਮਾਰ ਦਿੱਤਾ। ਇਸ ਦੇ ਜਿਹੜੇ ਫਾਦਰ ਆ ਕਹਿੰਦੇ ਜਦੋਂ ਵੈਸਟ ਜਰਮਨੀ ਅਤੇ ਈਸਟ ਜਰਮਨੀ ਇਕੱਠੀ ਹੋਈ ਸੀ ਉਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਬਣੇ ਸੀ 1984 ਦੇ ਵਿੱਚ, ਅਤੇ 10 ਸਾਲ ਉਹ ਪ੍ਰੈਜ਼ੀਡੈਂਟ ਰਹੇ 1994 ਦੇ ਵਿੱਚ, ਅਤੇ ਉਹ 2015 ਦੇ ਵਿੱਚ ਜਿਹੜੀ ਆ ਉਹਨਾਂ ਦੀ ਮੌਤ ਹੋਈ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਜਿਹੜੇ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਵੀ ਜਿਹੜੀ ਜੁੜੀ ਹੋਈ ਆ। ਓਹਾਇਓ ਯੂਨੀਵਰਸਿਟੀ ਦੇ ਵਿੱਚ ਕੁਛ ਸਮਾਂ ਪਹਿਲਾਂ ਇੱਕ ਜਿਹੜੇ ਆ ਵਿਦਿਆਰਥੀ ਦੀ ਉੱਥੇ ਮੌਤ ਜਿਹੜੀ ਉਹ ਹੋਈ ਸੀਗੀ। 18 ਸਾਲਾਂ ਦਾ ਕੋਲਿਨ ਵੈਂਟ ਜਿਹੜਾ ਨਵੰਬਰ 2018 ਦੇ ਵਿੱਚ ਕਹਿੰਦੇ ਸਾਹ ਨਾ ਆਉਣ ਕਰਕੇ ਜਿਹੜਾ ਆ ਉਹ ਮਰ ਗਿਆ ਸੀਗਾ। ਕਹਿੰਦੇ ਵੀ ਆਫ ਕੈਂਪਸ ਜਿਹੜੀ ਉਹਨਾਂ ਦੀ ਫਰੈਟਰਨਿਟੀ ਸੀਗੀ ਉਸ ਦੇ ਮੈਂਬਰਸ ਦੀ ਜਿਹੜੀ ਪਾਰਟੀ ਸੀ ਉਸ ਦੇ ਵਿੱਚ ਉਸਨੇ ਇੱਕ ਕੈਨ ਦੇ ਵਿੱਚੋਂ ਨਾਈਟਰਸ ਆਕਸਾਈਡ ਜਿਹੜੀ ਆ ਉਸਨੇ ਸੁੰਘੀ, ਜਿਸ ਕਰਕੇ ਬਾਅਦ ਦੇ ਵਿੱਚ ਐਸਫਿਕਸੀਏਸ਼ਨ ਕਰਕੇ ਜਿਹੜੀ ਆ ਉਸ ਦੀ ਮੌਤ ਹੋ ਗਈ, ਯਾਨੀ ਕਿ ਸਾਹ ਦੀ ਨਾੜੀ
ਦੇ ਵਿੱਚ ਸਾਹ ਜਿਹੜਾ ਨਾ ਆਉਣ ਕਰਕੇ, ਸਾਹ ਰੁਕਣ ਕਰਕੇ ਜਿਹੜੀ ਉਸਦੀ ਉਹ ਮੌਤ ਹੋ ਗਈ ਸੀਗੀ। ਅਤੇ ਉਸ ਦੇ ਮਾਪਿਆਂ ਦੇ ਦੁਆਰਾ ਇਹ ਕਿਹਾ ਗਿਆ ਸੀਗਾ ਵੀ ਇਸ ਨੂੰ ਜਾਣ ਬੁੱਝ ਕੇ ਜਿਹੜੇ ਫਰਟਰਨਿਟੀ ਦੇ ਇਸ ਦੇ ਬਾਕੀ ਮੈਂਬਰ ਸੀ ਉਹਨਾਂ ਨੇ ਧੱਕੇ ਦੇ ਨਾਲ ਇਹ ਕੈਨ ਦੇ ਵਿੱਚੋਂ ਨਾਈਟਰਸ ਆਕਸਾਈਡ ਜਿਹੜੀ ਆ ਉਹ ਇੰਜੈਸਟ ਕਰਨ ਦੇ ਲਈ ਉਸ ਨੂੰ ਆਖਿਆ। ਅਤੇ ਹੁਣ ਜਿਹੜੇ ਇਸ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ 9 ਜਿਹੜੇ ਇਸ ਜਿਹੜੀ ਫਰਟਰਨਿਟੀ ਸਿਗਮਾ ਪਾਈ ਫਰਟਰਨਿਟੀ ਸੀ ਯੂਨੀਵਰਸਿਟੀ ਜਿਹੜੀ ਓਹਾਇਓ ਦੇ ਵਿੱਚ ਸੀ, ਉਹਨਾਂ ਦੇ ਜਿਹੜੇ 9 ਮੈਂਬਰਸ ਆ ਉਹਨਾਂ ਨੂੰ ਇੰਡਾਈਟ ਜਿਹੜਾ ਆ ਉਹ ਕੀਤਾ ਗਿਆ ਆ। ਇਨਵੋਲੰਟੀਅਰੀ ਮੈਨਸਲੌਟਰ ਅਤੇ ਡਰੱਗਸ ਦੇ ਜਿਹੜੇ ਚਾਰਜਿਸ ਆ ਉਹਨਾਂ ਉੱਤੇ ਲੱਗਣ ਜਿਹੜੇ ਉਹ ਜਾ ਰਹੇ ਆ। ਆਪਾਂ ਅਕਸਰ ਆਪਣੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਹੁੰਦੇ, ਅਪੀਲ ਕਰਦੇ ਹੁੰਦੇ ਆ, ਖਾਸ ਕਰਕੇ ਮਾਪਿਆਂ ਨੂੰ ਜਿਨ੍ਹਾਂ ਦੇ ਜਿਹੜੇ ਬੱਚੇ ਅਜੇ ਆਈਦਰ ਹਾਈ ਸਕੂਲਾਂ ਦੇ ਵਿੱਚ ਆ, ਮਿਡਲ ਸਕੂਲਾਂ 'ਚ ਆ, ਜਾਂ ਜਿਹੜੇ ਕਾਲਜ ਨੂੰ ਜਿਹੜੇ ਉਹ ਜਾ ਰਹੇ ਆ, ਕੋਈ ਫਰਕ ਨਹੀਂ ਪੈਂਦਾ ਉਹ ਤੁਹਾਨੂੰ ਕੀ ਕਹਿੰਦੇ ਆ, ਤੁਹਾਨੂੰ ਜਿਹੜੀ ਉਹਨਾਂ ਦੇ ਉੱਤੇ ਨਿਗਰਾਨੀ ਜਿਹੜੀ ਉਹ ਰੱਖਣੀ ਚਾਹੀਦੀ ਹੈ, ਰੱਖਣੀ ਪੈਣੀ ਆ। ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਹਰਜੋਤ ਸਿੰਘ ਜੀ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਫਿਰ ਉਦੋਂ ਵੀ ਇੱਕ ਇੱਦਾਂ ਦੀ ਜਿਹੜੀ ਇਹ ਘਟਨਾ ਵਾਪਰੀ ਜਿੱਥੇ ਬਾਅਦ ਦੇ ਵਿੱਚ ਸਾਰੀਆਂ ਜਿਹੜੀਆਂ ਜਿਹੜੀਆਂ ਫਰਟਰਨਿਟੀਜ਼ ਆ ਉਹਨਾਂ ਨੂੰ ਬੰਦ ਹੀ ਜਿਹੜਾ ਉਹਨਾਂ ਨੂੰ ਕਰਨਾ ਪਿਆ ਸੀਗਾ ਯੂਨੀਵਰਸਿਟੀ ਵਾਲਿਆਂ ਨੂੰ, ਵੀ ਉੱਥੇ ਵੀ ਇੱਦਾਂ ਦੀ ਘਟਨਾ ਵਾਪਰੀ। ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ, ਇੱਦਾਂ ਬਹੁਤ ਸਾਰੀ ਫਰਟਰਨਿਟੀ ਦੇ ਵਿੱਚ ਬੰਦਾ ਦਾਖਲ ਹੋਣ ਦੇ ਲਈ ਉਹਨਾਂ ਨੇ ਬੜੀਆਂ ਪੁੱਠੀਆਂ ਸਿੱਧੀਆਂ ਜਿਹੜੀਆਂ ਆ ਉਹ ਗੇਮਸ ਵਗੈਰਾ ਇੱਦਾਂ ਦੀਆਂ ਜਿਹੜੀਆਂ ਉਹ ਰੱਖੀਆਂ ਹੁੰਦੀਆਂ ਆ, ਆਹ ਕਰੋ ਉਹ ਕਰੋ, ਇੱਦਾਂ ਦਾਰੂ ਪੀਓ, ਇਹ ਕਰੋ ਉਹ ਕਰੋ। ਹੋਰ ਨਸ਼ਿਆਂ ਦੇ ਵੱਲ ਨੂੰ ਅੱਜ ਕੱਲ੍ਹ ਤਾਂ ਨਸ਼ੇ ਇੰਨੇ ਕੁ ਜ਼ਿਆਦਾ ਜਿਹੜੇ ਹੋ ਚੁੱਕੇ ਆ ਵੀ ਬੰਦੇ ਨੂੰ ਪਤਾ ਨਹੀਂ ਲੱਗਦਾ। ਸੋ ਮਾਪਿਆਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਇਸ ਚੀਜ਼ ਦੀ ਜ਼ਰੂਰਤ ਆ। ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਦੱਸੋ ਕਿਹੜੀ ਚੀਜ਼ ਦੀ ਗਲਤ ਆ, ਕਿਹੜੀ ਚੀਜ਼ ਜਿਹੜੀ ਉਹ ਠੀਕ ਹੈਗੀ ਆ। ਵੇਪਿੰਗ ਦੇ ਬਾਰੇ ਜਦੋਂ ਵੀ ਮੌਕਾ ਲੱਗਦਾ ਆਪਾਂ ਜ਼ਰੂਰ ਦੱਸਦੇ ਹਾਂ ਵੀ ਮਾਪਿਆਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਵੇਪਿੰਗ ਇੰਸਟਰੂਮੈਂਟ ਹੈ ਕਿਹੜਾ ਆ। ਉਹ ਦੇਖਣ ਨੂੰ ਆਈਪੈਡ ਵਰਗਾ, ਆਈਪੌਡ ਵਰਗਾ, ਹੋਰ ਜਿਹੜਾ ਕੋਈ ਪੈਨ ਵਰਗਾ, ਇੱਦਾਂ ਦੀਆਂ USB ਡਿਵਾਈਸ ਵਰਗਾ, ਕਈ ਵਾਰੀ ਜਿਹੜੇ ਕੈਮਲ ਬੈਗ ਹੁੰਦੇ ਆ ਉਹ ਬੈਗ ਦੇ ਵਿੱਚ ਜਿਹੜੇ ਸਟਰੈਪ ਹੁੰਦੇ ਉਹਨਾਂ ਦੇ ਵਿੱਚ ਫਸਣ ਵਾਲੇ ਜਿਹੜੇ ਉਹ ਆ ਜਾਂਦੇ ਆ, ਬਾਹਰ ਪਾਈਪ ਨਿਕਲਿਆ ਹੁੰਦਾ ਆ। ਉਹ ਚੀਜ਼ਾਂ ਦਾ ਭਾਈ ਤੁਹਾਨੂੰ ਧਿਆਨ ਰੱਖਣਾ ਪੈਣਾ। ਹੁਣੇ ਤੋਂ ਧਿਆਨ ਰੱਖੋਗੇ ਤਾਂ ਬਚਾ ਰਹੂਗਾ, ਨਹੀਂ ਤਾਂ ਬੱਚਾ ਜੇ ਇਸ ਪਾਸੇ ਵੱਲ ਨੂੰ ਜਿਹੜਾ ਤਿਲਕ ਗਿਆ ਅਤੇ ਫਿਰ ਹੌਲੀ ਹੌਲੀ ਜਿਹੜਾ ਉਹ ਪੁੱਠੇ ਪਾਸੇ ਵੱਲ ਨੂੰ ਜਿਹੜਾ ਉਹ ਵੱਧਦਾ ਜਾਂਦਾ ਹੈ। ਅਤੇ ਕਈ ਵਾਰੀ ਇਸ ਤਰੀਕੇ ਦੀ ਜਿਹੜੀ ਆ ਉਹ ਫਿਰ ਮੰਦਭਾਗੀ ਖਬਰ ਆਪਾਂ ਨੂੰ ਜਿਹੜੀ ਉਹ ਸੁਣਨ ਨੂੰ ਮਿਲ ਜਾਂਦੀ ਆ ਵੀ ਇੱਥੇ ਹੋ ਗਿਆ, ਉੱਥੇ ਹੋ ਗਿਆ, ਕਿਉਂਕਿ ਪੀਅਰ ਪ੍ਰੈਸ਼ਰ ਬਹੁਤ ਹੁੰਦਾ ਆ। ਇਹ 'ਚ ਕੋਈ ਮੰਨੇ ਕੋਈ ਨਾ ਮੰਨੇ, ਇਹ ਜਿੱਦਾਂ ਕਹਿ ਦਿੰਦੇ ਨਾ ਕਈ ਵਾਰੀ ਕੋਈ ਧੱਕੇ ਦੇ ਨਾਲ ਮੂੰਹ ਦੇ ਵਿੱਚ ਨਹੀਂ ਪਾਉਂਦਾ, ਪਰ ਹਰ ਇੱਕ ਬੰਦਾ ਮੈਂਟਲੀ ਇੰਨਾ ਸਟਰੋਂਗ ਨਹੀਂ ਹੁੰਦਾ। ਕਈ ਵਾਰੀ ਉਹ ਗੱਲਾਂ ਦੇ ਵਿੱਚ ਆ ਕੇ ਇੱਦਾਂ ਦੀ ਜਿਹੜੀ ਗੱਲ ਆ ਉਹ ਕਰ ਬੈਠਦਾ ਹੈ ਅਤੇ ਬਾਅਦ ਦੇ ਵਿੱਚ ਲੈਣੇ ਦੇ ਦੇਣੇ ਜਿਹੜੇ ਉਹ ਪੈ ਜਾਂਦੇ ਆ। ਹੁਣ ਇਸ ਵੀ ਮੁੰਡੇ ਦੀ ਜਿਹੜੀ ਇਸ ਤਰੀਕੇ ਦੇ ਨਾਲ ਜਿਹੜੀ ਉਹ ਮੌਤ ਹੋ ਗਈ ਸੀਗੀ। ਸੋ ਇਹਨਾਂ ਚੀਜ਼ਾਂ ਦੇ ਉੱਤੇ ਮਾਪਿਆਂ ਨੂੰ ਅਸੀਂ ਬੇਨਤੀ ਅਪੀਲ ਕਰਦੇ ਹਾਂ ਵੀ ਭਾਈ ਜ਼ਰੂਰ ਵੱਧ ਤੋਂ ਵੱਧ ਬੱਚਿਆਂ ਦਾ ਜਿਹੜਾ ਉਹ ਧਿਆਨ ਰੱਖਿਆ ਕਰੋ, ਦੇਖਿਆ ਕਰੋ ਕੀ ਕੁਛ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਾਲ ਚੱਲ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਫਰਿਜ਼ਨੋ ਤੋਂ ਆ ਰਹੀ ਆ, ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਐਤਵਾਰ ਫਰਿਜ਼ਨੋ ਦੇ ਵਿੱਚ ਇੱਕ ਘਰ ਦੇ ਵਿੱਚ ਸ਼ੂਟਿੰਗ ਹੋਈ ਸੀ ਜਿਹਦੇ ਨਾਲ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 6 ਜਣੇ ਬੁਰੀ ਤਰ੍ਹਾਂ ਫੱਟੜ ਹੋ ਗਏ ਸੀ। ਹੁਣ ਉਹ ਪੁਲਿਸ ਨੇ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਦਿੱਤੀ ਹੈਗੀ ਆ, ਜਿਹੜੇ 4 ਜਣੇ ਜਿਹੜੇ ਮੌਤ ਹੋਏ ਆ ਅਤੇ ਫੱਟੜ ਹੋਏ ਆ ਉਹ ਏਸ਼ੀਅਨ ਕਮਿਊਨਿਟੀ ਜਿਹੜੀ ਹੈਗੀ ਆ, ਹਮੰਗ ਕਮਿਊਨਿਟੀ, ਉਹਨੂੰ ਬਿਲੋਂਗ ਕਰਦੇ ਆ। 3 ਲੱਖ ਦੇ ਕਰੀਬ ਹਮੰਗ ਲੋਕ ਜਿਹੜੇ ਆ ਲਾਓਸ ਤੋਂ ਇੱਥੇ ਆਏ ਸੀ, ਉਹ USA 'ਚ ਰਹਿੰਦੇ ਆ। ਸਭ ਤੋਂ ਵੱਧ ਮਿਨੇਐਪਲਸ, ਸੈਂਟ ਪੌਲ ਉੱਥੇ ਰਹਿੰਦੇ ਆ ਅਤੇ ਦੂਜੇ ਨੰਬਰ 'ਤੇ ਫਰਿਜ਼ਨੋ 'ਚ ਰਹਿੰਦੇ ਆ। ਫਰਿਜ਼ਨੋ ਦੇ ਵਿੱਚ ਹਮੰਗ ਦੀ ਪਾਪੂਲੇਸ਼ਨ 34,000 ਦੇ ਕਰੀਬ ਹੈਗੀ ਆ। ਮਰਨ ਵਾਲਿਆਂ ਵਿੱਚ ਜ਼ਾਈ ਲੀ 23 ਸਾਲਾਂ ਦੇ, ਫੀਆ ਜਿਆਂਗ 31 ਦੇ, ਕੋਊ ਜ਼ਿਆਂਗ 38 ਦੇ ਅਤੇ ਕਲੈਕਸੈਂਗ ਥਾਓ 40 ਸਾਲਾਂ ਦੇ ਸੀਗੇ। ਅਤੇ ਇਹਨਾਂ ਦੇ ਵਿੱਚ ਕਹਿੰਦੇ ਪਈ ਇੱਕ ਜਿਹੜਾ ਸਿੰਗਰ ਸੀਗਾ ਬਹੁਤ ਹੀ ਵੈਲ ਨੋਨ ਜਿਹੜਾ ਹਮੰਗ ਦੇ ਵਿੱਚ, ਅਤੇ ਉਸ ਦੀ ਇੱਕ YouTube ਵੀ ਕਹਿੰਦੇ 3.5 ਮਿਲੀਅਨ ਲੋਕਾਂ ਨੇ ਵੱਧ ਤੋਂ ਵੱਧ ਦੇਖੀ ਸੀ। ਸੋ ਉਹਨਾਂ ਦਾ ਜਿਹੜਾ ਨਵਾਂ ਸਾਲ ਵੀ ਆਉਣ ਵਾਲਾ ਸੀ ਹਮੰਗ ਵਾਲਿਆਂ ਦਾ, ਜਿੱਥੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਪਰਫੋਰਮ ਕਰਨਾ ਸੀ। ਸੋ ਹਜੇ ਤੱਕ ਵੀ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਉਹ ਬੰਦਾ ਫੜਿਆ ਨਹੀਂ ਗਿਆ ਹੈਗਾ, ਪਰ ਜਿੰਨੀਆਂ ਵੀ ਫੈਡਰਲ ਏਜੰਸੀਜ਼ ਹੈਗੀਆਂ ਆ ਉਹ ਫਰਿਜ਼ਨੋ ਸਿਟੀ ਦੀ ਜਿਹੜੀ ਪੁਲਿਸ ਆ ਉਹਨੂੰ ਹੈਲਪ ਕਰ ਰਹੀਆਂ। FBI, ਹੋਮਲੈਂਡ ਸਿਕਿਉਰਿਟੀ, ਬਿਊਰੋ ਆਫ ਅਲਕੋਹਲ, ਟਬਾਕੋ ਅਤੇ ਫਾਇਰ ਆਰਮਸ ਐਂਡ ਐਕਸਪਲੋਸਿਵ, ਇਹ ਸਾਰੀਆਂ ਔਰਗਨਾਈਜੇਸ਼ਨ ਜਿਹੜੀਆਂ ਆ ਇਸ ਜਿਹੜੀ ਮਾਸ ਸ਼ੂਟਿੰਗ ਹੋਈ ਆ ਉਹਨੂੰ ਸੁਲਝਾਉਣ ਦੇ ਲਈ ਵਰਕਆਊਟ ਕਰ ਰਹੀਆਂ ਹੈਗੀਆਂ ਜੀ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਇੱਕ ਰੋਬਰੀ ਸਸਪੈਕਟ ਸੀਗਾ, ਕਿਸੇ ਦੇ ਘਰੇ ਜਿਹੜਾ ਆ ਉਹ ਪਹੁੰਚ ਗਿਆ ਰੋਬਰੀ ਕਰਨ ਦੀ ਜਿਹੜੀ ਇੱਛਾ ਦੇ ਨਾਲ। ਹੋਮ ਓਨਰ ਨੇ ਉਸ ਦੇ ਕੋਲੋਂ ਹੀ ਉਸ ਦੀ ਬੰਦੂਕ ਖੋਹ ਕੇ ਉਸ ਦੇ ਉੱਤੇ ਜਿਹੜੀ ਗੋਲੀ ਚਲਾ ਕੇ ਉਸ ਦੀ ਹੱਤਿਆ ਜਿਹੜੀ ਉਹ
ਕਰ ਦਿੱਤੀ ਸੀਗੀ। ਇਹ ਜਿਹੜੀ ਆ ਹਿਊਸਟਨ ਦੇ ਵੈਸਟਬਰੀ ਨੇਬਰਹੁੱਡ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਆ। ਹੋਮ ਓਨਰ ਨੇ ਦੱਸਿਆ ਵੀ ਇਸ ਬੰਦੇ ਦੀ ਮਨਸ਼ਾ ਸੀਗੀ ਵੀ ਉਹ ਇਸ ਨੂੰ ਰੌਬ ਕਰੇ। ਉਹ ਉਸ ਟਾਈਮ ਆਪਣੇ ਘਰ ਦੇ ਵਿੱਚ ਹੀ ਜਿਹੜਾ ਉਹ ਸੀਗਾ ਅਤੇ ਉਸਨੇ ਉਸਦੇ ਕੋਲੋਂ ਬੰਦੂਕ ਖੋਹੀ ਅਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਸੀਡੈਂਟ ਜਿੱਦਾਂ ਵੀ ਵਾਪਰਿਆ ਅਤੇ ਉਸਦੀ ਹੀ ਬੰਦੂਕ ਦੇ ਨਾਲ ਉਸਦੀ ਹੱਤਿਆ ਜਿਹੜੀ ਆ ਬਾਅਦ ਦੇ ਵਿੱਚ ਉਹ ਕਰ ਦਿੱਤੀ ਆ। ਪੁਲਿਸ ਨੇ ਜਿਹੜਾ ਉਹ ਦੱਸਿਆ ਮੌਕੇ ਦੇ ਉੱਤੋਂ 2 ਬੰਦੂਕਾਂ ਜਿਹੜੀਆਂ ਆ ਉਹ ਬਰਾਮਦ ਹੋਈਆਂ ਆ। ਪੁਲਿਸ ਨੇ ਦੱਸਿਆ ਵੀ ਦੋਨਾਂ ਹੀ ਬੰਦੂਕਾਂ ਦੇ ਵਿੱਚੋਂ ਗੋਲੀ ਚੱਲੀ ਜਿਹੜੀ ਉਹ ਆਈ ਆ। ਸੋ ਹੁਣ ਗ੍ਰੈਂਡ ਜਿਊਰੀ ਕਹਿੰਦੇ ਆ ਵੀ ਉਹ ਉੱਥੇ ਬਣਾਈ ਗਈ ਆ ਅਤੇ ਇਹ ਹੁਣ ਉਹ ਫੈਸਲਾ ਲਵੇਗੀ ਵੀ ਕੀ ਹੋਮ ਓਨਰ ਦੇ ਉੱਤੇ ਆਪਣੀ ਜਿਹੜੀ ਉਹ ਹੋਮ ਓਨਰ ਦੇ ਕਹਿਣ ਮੁਤਾਬਕ ਉਸਨੇ ਆਪਣੀ ਸੇਫਟੀ ਦੇ ਲਈ ਜਿਹੜੀ ਗਨ ਚਲਾਈ ਅਤੇ ਬਾਅਦ ਦੇ ਵਿੱਚ ਜਿਹੜੇ ਹੁਣ ਇਹ ਡਿਸਾਈਡ ਕਰੂਗੀ ਗ੍ਰੈਂਡ ਜਿਊਰੀ ਵੀ ਕੀ ਇਸ ਹੋਮ ਓਨਰ ਦੇ ਉੱਤੇ ਕੋਈ ਚਾਰਜਿਸ ਜਿਹੜੇ ਉਹ ਲੱਗਣੇ ਚਾਹੀਦੇ ਨੇ ਜਾਂ ਨਹੀਂ। ਜੀ, ਅਗਲੀ ਖਬਰ ਜਿਹੜੀ ਆ ਉਹ ਅਮਰੀਕਨ ਹਾਰਟ ਐਸੋਸੀਏਸ਼ਨ ਦੀ ਇੱਕ ਜਿਹੜੀ ਸਾਇੰਟੀਫਿਕ ਕਾਨਫਰੰਸ ਹੋਈ ਆ। ਉਹਦੇ ਮੁਤਾਬਕ ਕਹਿੰਦੇ 94 ਲੱਖ ਲੋਕ ਜਿਹੜੇ ਆ 9.4 ਮਿਲੀਅਨ ਲੋਕ USA ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਹਾਰਟ ਜਾਂ ਕੋਰੋਨਰੀ ਜਿਹੜੀ ਡਿਸੀਜ਼ ਆ ਉਹਦੇ ਨਾਲ ਅਫੈਕਟਡ ਹੈਗੇ ਆ। ਸੋ ਇਸ ਨਵੀਂ ਸਟੱਡੀ ਦੇ ਵਿੱਚ ਇਹ ਉਹਨਾਂ ਨੇ ਫਾਈਂਡ ਆਊਟ ਕੀਤਾ ਆ ਕਿ ਜਿਨ੍ਹਾਂ ਲੋਕਾਂ ਦੇ ਸਟੈਂਟ ਪੈ ਜਾਂਦੇ ਹੈਗੇ ਆ, ਜਿਨ੍ਹਾਂ ਦੀ ਆਰਟਰੀ ਜਿਹੜੀ ਬਲੌਕ ਹੁੰਦੀ ਆ, ਉਹਦੇ ਨਾਲ ਜ਼ਰੂਰੀ ਨਹੀਂ ਵੀ ਉਹ ਬੰਦਾ ਲੌਂਗ ਟਰਮ ਦੇ ਲਈ ਉਹ ਬਚ ਸਕੇ। ਕਹਿੰਦੇ ਵੀ ਸ਼ਾਰਟ ਟਰਮ ਲਈ ਤਾਂ ਉਹਨਾਂ ਦੇ ਕਿਸੇ ਤਰ੍ਹਾਂ ਦੇ ਮੇਜਰ ਜਿਹੜਾ ਉਹਨਾਂ ਦਾ ਅਟੈਕ ਹੋਣ ਤੋਂ ਬਚਾ ਸਕਦੀ ਆ। ਪਰ ਇਸ ਨਵੀਂ ਜਿਹੜੀ ਸਟੱਡੀ ਹੋਈ ਹੈਗੀ ਆ ਇਹ ਬਹੁਤ ਹੀ ਕਹਿੰਦੇ ਵੀ ਰਿਗਰਸ ਰਿਸਰਚ ਹੋਈ ਆ, ਜਿਹਦੇ ਮੁਤਾਬਕ ਕਹਿੰਦੇ ਵੀ ਲੋਕਾਂ ਨੂੰ ਸੇਵ ਕਰਨ ਦੇ ਲਈ ਉਹਨਾਂ ਨੂੰ ਜਿਹੜੀ ਆ ਦਵਾਈ ਜ਼ਰੂਰ ਯੂਜ਼ ਕਰਨੀ ਪਊਗੀ, ਕੋਲੈਸਟਰੋਲ ਲੋਰਿੰਗ ਡਰੱਗ, ਅਤੇ ਆਪਣੇ ਹੈਲਥ ਹੈਬਿਟਸ ਦੇ ਵਿੱਚ ਚੇਂਜਸ ਲਿਆਉਣੀਆਂ ਪੈਣਗੀਆਂ ਜਿਨ੍ਹਾਂ ਦੇ ਕਰੋਨਿਕ ਸਟੇਬਲ ਕੋਰੋਨਰੀ ਅਤੇ ਆਰਟਰੀ ਡਿਸੀਜ਼ ਹੈਗੀ ਆ। ਸੋ ਉਹਦੇ ਨਾਲ ਜਿਹੜਾ ਆ ਲੌਂਗ ਟਰਮ ਫਿਰ ਬੰਦਾ ਰਹਿ ਸਕਦਾ ਹੈਗਾ, ਜੀ ਸਕਦਾ ਹੈ। ਜੀ ਜੀ ਬਿਲਕੁਲ। ਵੈਸੇ ਤਾਂ ਓਵਰਆਲ ਤਾਂ ਹਰਜੋਤ ਸਿੰਘ ਜੀ ਇੱਦਾਂ ਹੀ ਆ ਵੀ ਆਪਾਂ ਨੂੰ ਸ਼ੁਰੂ ਤੋਂ ਹੀ ਜਿਹੜਾ ਮੁੱਢ ਤੋਂ ਹੀ ਜਿਹੜਾ ਉਹ ਧਿਆਨ ਜਿਹੜੇ ਉਹ ਰੱਖਣ ਦੀ ਜ਼ਰੂਰਤ ਆ ਵੀ ਇੱਦਾਂ ਦੀ ਜਿਹੜੀ ਚੀਜ਼ ਆ ਉਹ ਨਾ ਹੀ ਜਿਹੜੀ ਆਪਣੇ ਨਾਲ ਉਹ ਵਾਪਰੇ। ਪਰ ਚਲੋ ਆਪਾਂ ਨੂੰ ਜੇ ਕੋਈ ਇੱਦਾਂ ਦੀ ਸਮੱਸਿਆ ਆਉਂਦੀ ਆ ਵੀ ਸਾਇੰਸ ਨੇ ਇੰਨੀ ਕੁ ਤਰੱਕੀ ਕੀਤੀ ਹੋਈ ਆ ਵੀ ਲੋਕਾਂ ਦਾ ਜੀਵਨ ਜਿਹੜਾ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਫਿਰ ਵੀ ਵਧਾਉਣ ਦੇ ਵਿੱਚ ਉਹ ਕਾਮਯਾਬ ਰਹਿੰਦੇ ਨੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਕਰਦੇ ਹਾਂ, ਇਜ਼ਰਾਈਲ ਤੋਂ ਜਿਹੜੀ ਇਹ ਖਬਰ ਆ ਰਹੀ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਨਾਲ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਉਹਨਾਂ ਨੇ ਜਿਹੜੀਆਂ ਪੈਲਸਤੀਨ ਦੇ ਵਿੱਚ ਵੈਸਟ ਬੈਂਕ ਦੇ ਵਿੱਚ ਇਜ਼ਰਾਈਲੀ ਜਿਹੜੀਆਂ ਬਣਾਈਆਂ ਗਈਆਂ ਉੱਥੇ ਰਿਹਾਇਸ਼ਾਂ ਨੇ ਉਹਨਾਂ ਨੂੰ ਜਿਹੜੀ ਹਰੀ ਝੰਡੀ ਦਿੱਤੀ ਸੀਗੀ। ਹਰੀ ਝੰਡੀ ਇਸ ਹਿਸਾਬ ਨਾਲ ਦਿੱਤੀ ਵੀ ਪਿਛਲੇ ਕਈ ਦਹਾਕਿਆਂ ਤੋਂ ਉਹਨਾਂ ਨੂੰ ਗੈਰ ਕਾਨੂੰਨੀ ਮੰਨਿਆ ਜਾ ਰਿਹਾ ਸੀਗਾ, ਪਰ ਅਮਰੀਕਾ ਨੇ ਉਸ ਨੂੰ ਅਧਿਕਾਰਤ ਜਿਹੜਾ ਹੁਣ ਉਹ ਆਖ ਦਿੱਤਾ ਆ। ਉਧਰ ਇਜ਼ਰਾਈਲ ਦਾ ਜਿਹੜਾ ਅੰਦਰੂਨੀ ਪੋਲੀਟੀਕਲ ਡਰਾਮਾ ਆ ਉਹ ਵੀ ਕਿਸੇ ਪਾਸੇ ਜਿਹੜਾ ਤਣ ਪੱਤਣ ਆ ਉਹ ਨਹੀਂ ਲੱਗਦਾ ਆ ਰਿਹਾ। ਪਿਛਲੇ 12 ਮਹੀਨਿਆਂ ਦੇ ਵਿੱਚ ਆਲਰੇਡੀ ਜਿਹੜੀਆਂ ਆ 2 ਇਲੈਕਸ਼ਨ ਜਿਹੜੀਆਂ ਹੋ ਚੁੱਕੀਆਂ ਜਿਸ ਦੇ ਵਿੱਚ ਕਿਸੇ ਵੀ ਇੱਕ ਪਾਰਟੀ ਨੂੰ ਜਿਹੜੀ ਆ ਉਹ ਸਰਕਾਰ ਆ ਨਹੀਂ ਬਣਾਉਣ ਦਾ ਮੌਕਾ ਮਿਲਿਆ, ਮੈਜੋਰਟੀ ਜਿਹੜੀ ਉਹ ਨਹੀਂ ਮਿਲੀ। ਦੂਜੀ ਵਾਰ ਹੋਈ ਇਲੈਕਸ਼ਨ ਦੇ ਵਿੱਚ ਜਿਹੜਾ ਕਹਿੰਦੇ ਵੀ ਕਿੰਗ ਮੇਕਰ ਬਣਿਆ ਸੀ ਅਵਿਗਡੋਰ ਲਿਬਰਮੈਨ, ਪਰ ਉਸ ਨੇ ਕਹਿੰਦੇ ਦੋਨਾਂ ਹੀ ਜਿਹੜੀਆਂ ਮੁੱਖ ਪਾਰਟੀਆਂ ਦੇ ਦਾਅਵੇਦਾਰ ਆ ਉਹਨਾਂ ਨੂੰ ਸਪੋਰਟ ਕਰਨ ਤੋਂ ਇਨਕਾਰ ਕਰ ਦਿੱਤਾ ਆ। ਪ੍ਰਾਈਮ ਮਿਨਿਸਟਰ ਜਿਹੜਾ ਉੱਥੇ ਦਾ ਬੈਂਜਾਮਿਨ ਨੇਤਨਯਾਹੂ ਅਤੇ ਜਿਹੜਾ ਸਾਬਕਾ ਜਿਹੜਾ ਉੱਥੇ ਦਾ ਚੀਫ ਆਫ ਸਟਾਫ ਬੈਨੀ ਗੈਂਟਸ ਜਿਹੜਾ ਉਹ ਰਿਹਾ ਆ, ਇਹਨਾਂ ਦੋਨਾਂ ਹੀ ਪਾਰਟੀਆਂ ਨੂੰ ਉਹਨੇ ਸਮਰਥਨ ਦੇਣ ਤੋਂ ਇਨਕਾਰ ਜਿਹੜਾ ਕਰ ਦਿੱਤਾ ਹੈ ਅਤੇ ਕਹਿੰਦੇ ਹੁਣ ਤੀਜੀ ਇਲੈਕਸ਼ਨ ਇਜ਼ਰਾਈਲ ਦੇ ਵਿੱਚ ਦੁਬਾਰਾ ਜਿਹੜੀ ਆ ਉਹ ਹੋਣ ਜਾ ਰਹੀ ਹੈਗੀ ਆ। ਸੋ ਹੁਣ ਦੇਖਦੇ ਹਾਂ ਵੀ ਕੀ ਬਣਦਾ ਆ। ਲਿਬਰਮੈਨ ਦਾ ਜਿਹੜਾ ਕਿ ਸਾਬਕਾ ਡਿਫੈਂਸ ਮਿਨਿਸਟਰ ਵੀ ਜਿਹੜਾ ਉਹ ਰਿਹਾ ਆ, ਉਹਨੇ ਕਿਹਾ ਵੀ ਇਹ ਦੋਨੋਂ ਹੀ ਜਿਹੜੇ ਪਾਰਟੀਆਂ ਦੇ ਅਹੁਦੇਦਾਰ ਨੇ ਮੁੱਖ ਨੇ ਉਹ ਆਪਸ ਦੇ ਵਿੱਚ ਸਮਝੌਤਾ ਕਰਨ ਦੇ ਵਿੱਚ ਨਾਕਾਮਯਾਬ ਰਹੇ ਨੇ ਅਤੇ ਕਹਿੰਦੇ ਜਿਹੜੇ ਇਹ ਬਣਦੀ ਵੀ ਆ ਸਰਕਾਰ ਜੇ ਕਿਸੇ ਦਾ ਵੀ ਮੈਂ ਕਰਦਾ ਹਾਂ ਤਾਂ ਉਹ ਬਹੁਤਾ ਲੰਮਾ ਸਮਾਂ ਜਿਹੜੇ ਉਹ ਨਹੀਂ ਚੱਲੇਗੀ। ਸੋ ਕਿਤੇ ਨਾ ਕਿਤੇ ਮੈਜੋਰਟੀ ਦੀ ਜਿਹੜੀ ਜ਼ਰੂਰਤ ਆ। ਸੋ ਦੇਖਦੇ ਹਾਂ ਵੀ ਹੁਣ ਇਜ਼ਰਾਈਲੀ ਲੋਕ ਜਿਹੜੇ ਆ ਉਹ ਤੀਜੀ ਵਾਰੀ ਕਿਸ ਨੂੰ ਜਿਹੜੀ ਮੈਜੋਰਟੀ ਦੇਣ ਦੇ ਵਿੱਚ ਹੁੰਦੇ ਨੇ ਵੀ ਕਿਸੇ ਨੂੰ ਮੈਜੋਰਟੀ ਮਿਲਦੀ ਆ ਜਾਂ ਫਿਰ ਇਹ ਲੰਗੜੀ ਜਿਹੜੀ ਆ ਉਹ ਜਿਹੜੀ ਉਹ ਬਣੇਗੀ ਵੀ ਕਿਸੇ ਪਾਸੇ ਤਣ ਪੱਤਣ ਉਹ ਲੱਗੇਗੀ ਜਾਂ ਨਹੀਂ। ਜੀ, ਅਗਲੀ ਖਬਰ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਹੈ। ਰਾਜਕਰਵੀਰ ਸਿੰਘ, ਯੂਬਾ ਸਿਟੀ ਤੋਂ ਸਾਨੂੰ ਕਾਫੀ ਸਰੋਤਿਆਂ ਦੀਆਂ ਕਾਲ ਆਈਆਂ ਵੀ ਉੱਥੇ 2 ਆਰਮੀਨੀਅਨ ਮੂਲ ਦੇ ਜਿਹੜੇ ਹਸਬੈਂਡ ਅਤੇ ਵਾਈਫ ਹੈਗੇ ਆ
ਉਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਸੋਨੇ ਦਾ ਸਮਾਨ ਵੇਚਦੇ ਹੈਗੇ, ਜਿਸ ਤਰ੍ਹਾਂ ਕੋਈ ਮੁੰਦੀ ਹੋ ਗਈ, ਵਾਲੀਆਂ ਹੋ ਗਈਆਂ ਜਾਂ ਕੋਈ ਚੇਨ ਵਗੈਰਾ, ਅਤੇ ਮੋਸਟਲੀ ਉਹ ਪੰਜਾਬੀਆਂ ਨੂੰ ਜਿਹੜਾ ਆ ਉਹਨਾਂ ਨੂੰ ਮਿਲਦੇ ਹੈਗੇ ਆ, ਅਤੇ ਕਹਿੰਦੇ ਬੜੇ ਪਿਆਰ ਨਾਲ ਮਿਲਦੇ ਆ, ਜੱਫੀ ਪਾ ਕੇ ਮਿਲਦੇ ਆ। ਅਤੇ ਕੱਲ੍ਹ ਹੀ ਇੱਕ ਬੀਬੀ ਦੀ ਕਹਿੰਦੇ ਵੀ ਚੰਗੀ ਮਹਿੰਗੀ ਜਿਹੜੀ ਸੋਨੇ ਦੀ ਉਹਨੂੰ ਚੇਨੀ ਪਾਈ ਉਹ ਸੀ, ਉਹਨ ਖਰੀਦਣੀ ਦਾ ਕੀ ਸੀ, ਉਹਦੀ ਜੱਫੀ ਪਾ ਕੇ ਉਹਦੀ ਲਾ ਕੇ ਲੈ ਗਏ। ਸੋ ਇਸ ਤਰ੍ਹਾਂ ਘਰਾਂ ਦੇ ਵਿੱਚ ਵੀ ਕਈ ਵਾਰੀ ਡੋਰ ਖੜਕਾ ਰਹੇ ਆ, ਅਤੇ ਕਾਫੀ ਸਹਿਮ ਯੂਬਾ ਸਿਟੀ 'ਚ ਪਾਇਆ ਗਿਆ ਹੈ। ਪੁਲਿਸ ਵੀ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਆ, ਹਜੇ ਤੱਕ ਅਰੈਸਟ ਨਹੀਂ ਹੋਏ। ਸੋ ਯੂਬਾ ਸਿਟੀ ਏਰੀਏ ਦੇ ਜਿੰਨੇ ਵੀ ਸਰੋਤੇ ਆ ਵੀ ਭਾਈ, ਉਹ ਕਹਿੰਦੇ ਜਿੰਨੇ ਵੀ ਸਟੋਰ ਆ, ਕੋਈ ਵਾਲਮਾਰਟ ਆ, ਟਾਰਗੇਟ ਆ, ਇੱਦਾਂ ਦੇ ਏਰੀਏ 'ਚ ਉਹ ਦੋਨਾਂ ਹੀ ਜੋੜਾ ਜਿਹੜਾ ਘੁੰਮਦਾ ਆ, ਜਦੋਂ ਵੀ ਪੰਜਾਬੀ ਕਿਸੇ ਨੂੰ ਦੇਖ ਲੈਂਦੇ ਉਹਨਾਂ ਕੋਲ ਆ ਜਾਂਦੇ ਆ ਵੀ ਆ ਜੀ ਸਾਡੇ ਕੋਲ ਸੋਨੇ ਦਾ ਸਮਾਨ ਹੈਗਾ, ਜੇ ਤੁਸੀਂ ਖਰੀਦਣਾ ਹੈਗਾ ਆ। ਅਤੇ ਜਦੋਂ ਤੁਸੀਂ ਹੈਂਡ ਸ਼ੇਕ ਕਰਦੇ ਆ ਜਾਂ ਜੱਫੀ ਪਾਉਂਦੇ ਆ, ਉਹ ਤੁਹਾਡਾ ਹੀ ਸਮਾਨ ਲਾ ਕੇ ਲੈ ਜਾਂਦੇ ਹੈਗੇ ਆ। ਸੋ ਪਲੀਜ਼, ਪਹਿਲੀ ਗੱਲ ਤਾਂ ਤੁਸੀਂ ਕਿਸੇ ਤੋਂ ਵੀ ਇੱਦਾਂ ਦਾ ਜਿਹੜਾ ਸਮਾਨ ਬਾਈ ਕਰਨਾ ਉਹ ਰੋਂਗ ਹੈਗਾ, ਕਿਉਂਕਿ ਉਹ ਚੋਰੀ ਦਾ ਕੀਤਾ ਹੋਇਆ ਸਮਾਨ ਹੋ ਸਕਦਾ ਹੈਗਾ। ਕਦੇ ਵੀ ਕਿਸੇ ਨੂੰ ਇਹ ਬਾਈ ਨਹੀਂ ਕਰਨਾ ਚਾਹੀਦਾ। ਅਤੇ ਦੂਸਰਾ, ਜੇ ਤੁਹਾਨੂੰ ਸ਼ੱਕ ਪੈਂਦੀ ਆ ਵੀ ਇੱਦਾਂ ਦੇ ਬੰਦੇ ਹੈਗੇ ਆ, ਉਹ ਜ਼ਰੂਰ ਯੂਬਾ ਸਿਟੀ ਦੀ ਪੁਲਿਸ ਨੂੰ ਰਾਈਟ ਵੇ ਕਾਲ ਕਰੋ। ਕਾਫੀ ਜਾਣੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਆ, ਬੀਬੀਆਂ ਖਾਸ ਕਰਕੇ, ਉਹ ਲੁੱਟ ਹੋ ਚੁੱਕੀਆਂ ਹੈਗੀਆਂ। ਲਾਲਚ ਨਹੀਂ ਕਰਨਾ ਚਾਹੀਦਾ ਭਾਈ, ਬਚਾ ਰੱਖੋ। ਸਟਰੀਟ ਦੇ ਉੱਤੇ ਜਿਹੜੇ ਸੁਨਿਆਰੇ ਤੋਂ ਤੁਹਾਨੂੰ ਲੱਗਦਾ ਹੁੰਦਾ ਬੰਦੇ ਨੂੰ ਵੀ ਸ਼ਾਇਦ ਸਸਤਾ ਮਿਲ ਜੂਗਾ, ਲੈ ਵੀ ਅੱਜ ਤਾਂ ਆਪਾਂ ਡੀਲ ਬਣਾ ਲੈਣੀ ਹੈ, ਡੀਲ ਆਫ ਦਾ ਸੈਂਚਰੀ ਜਿਹੜੀ ਉਹ ਕਰ ਦੇਣੀ ਹੈ, ਪਰ ਨਹੀਂ, ਉਹ ਡੀਲ ਉਹ ਦੂਜੀ ਬਣਾਉਣ ਆਏ ਹੁੰਦੇ ਆ। ਸੋ ਰਗੜਦਾ ਹੋ ਜਿਓ ਭੋਲੇਪਨ ਦੇ ਵਿੱਚ, ਵੀ ਬੰਦਾ ਆਪਣੇ ਵੱਲੋਂ ਤਾਂ ਸਿਆਣਪ ਕਰ ਰਿਹਾ ਹੁੰਦਾ ਵੀ ਚੱਲ ਪੈਸੇ ਬਚਾਉਂਦੇ, ਇਹ ਨਹੀਂ ਪਤਾ ਵੀ ਹੋਰ ਰਗੜਾ ਜਿਹੜਾ ਖਾ ਕੇ ਉਹ ਆ ਜਾਣਾ। ਇਹੋ ਜਿਹੇ ਠੱਗਾਂ ਤੋਂ ਜਿਹੜਾ ਉਹ ਬਚ ਕੇ ਜਿਹੜਾ ਤੁਹਾਨੂੰ ਰਹਿਣਾ ਚਾਹੀਦਾ ਆ। ਇਹ ਸਕੈਮਰ ਜਿਹੜੇ ਬੜੇ ਅੱਜ ਕੱਲ੍ਹ ਜਿਹੜੇ ਉਹ ਤੁਰੇ ਫਿਰਦੇ ਨੇ, ਸੋ ਇਹਨਾਂ ਸਾਰਿਆਂ ਤੋਂ ਜਿਹੜਾ ਉਹ ਬਚ ਕੇ ਆਓ। ਅਤੇ ਇੱਕ ਹੋਰ ਜਿਹੜਾ ਹਰਜੋਤ ਸਿੰਘ ਜੀ, ਇੱਕ ਸਕੈਮ ਦੀ ਚਲੋ ਗੱਲ ਚੱਲੀ ਆ, ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਲੈ ਕੇ ਕਈ ਲੋਕਾਂ ਨੂੰ ਕਾਲਸ ਆ ਰਹੀਆਂ ਆ ਵੀ ਅਸੀਂ ਤੁਹਾਡੀ ਜਿਹੜੀ ਆ ਉਹ ਚੈੱਕ ਕਰਨ ਦੇ ਲਈ ਆ ਰਹੇ ਹਾਂ, ਆਡਿਟ ਕਰਨ ਦੇ ਲਈ ਆ ਰਹੇ ਹਾਂ। ਕੱਲ੍ਹ ਜਿਹੜੇ ਸਾਡੇ ਇਨਫੋਰਮੇਸ਼ਨ ਆਫਿਸਰ ਜਗਦੀਪ ਸਿੰਘ ਢਿੱਲੋਂ ਕਵਰਡ ਕੈਲੀਫੋਰਨੀਆ ਦੇ ਵਿੱਚ ਜਿਹੜੇ ਉਹ ਕੰਮ ਕਰਦੇ, ਉਹਨਾਂ ਨੇ ਸਾਨੂੰ ਸਪਸ਼ਟ ਰੂਪ ਦੇ ਵਿੱਚ ਦੱਸਿਆ ਕਵਰਡ ਕੈਲੀਫੋਰਨੀਆ ਦੇ ਦੁਆਰਾ ਇੱਦਾਂ ਦਾ ਕੋਈ ਵੀ ਆਡਿਟ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ। ਨਾਲੇ ਜਦੋਂ ਕੋਈ ਆਡਿਟ ਦਾ ਹੁੰਦਾ, ਕੋਈ ਫੋਨ ਦੇ ਉਹ IRS ਨੇ ਕਰਨਾ ਆ ਜਾਂ ਸਟੇਟ ਨੇ ਕਰਨਾ, ਰਾਈਟ? ਫੋਨ ਤੇ ਕਦੇ ਨਹੀਂ ਹੋਣਾ ਹੈਗਾ ਫੋਨ ਤੇ। ਸੋ ਇਹ ਸਾਨੂੰ ਖੁਦ ਕਾਲ ਵੀ ਆਈ ਸੀ ਕੱਲ੍ਹ ਇੱਕ ਪਰਿਵਾਰ ਦੇ ਘਰ, ਉਹਨਾਂ ਨੇ ਕਹਿੰਦੇ ਗੋਰੀ ਸੀ ਕੋਈ ਏਸ਼ੀਅਨ, ਗੋਰੀ ਦਾ ਨਾਮ ਨਹੀਂ, ਐਂਜਲਾ ਵੀ ਦੱਸਿਆ ਵੀ ਮੈਂ ਜੀ ਤੁਹਾਡੇ ਘਰ ਆਉਣਾ ਆ ਔਰ ਤੁਹਾਡੀ ਜਿਹੜੀ ਫਾਈਲ ਉਹ ਚੈੱਕਅਪ ਕਰਨ ਜਿਹੜੀ ਤੁਸੀਂ ਓਬਾਮਾ ਕੇਅਰ ਇੰਨੇ ਟਾਈਮ ਤੋਂ ਲੈਂਦੇ ਸੀ। ਸੋ ਪਲੀਜ਼ ਇੱਦਾਂ ਦੇ ਕਿਸੇ ਨੂੰ ਘਰ ਨਾ ਬਾੜੋ, ਮੁੜ ਕੇ ਕਿਤੇ ਫਿਰ ਇਹੀ ਨਾ ਗੱਲ ਹੋਵੇ ਰਗੜ ਹੋ ਜਾਓ, ਤੁਹਾਡੀ ਸੋਸ਼ਲ ਸਿਕਿਉਰਿਟੀ ਲੈ ਜਾਣ ਜਾਂ ਹੋਰ ਕੋਈ ਇਨਫੋਰਮੇਸ਼ਨ। ਨਹੀਂ, ਕੋਈ ਬੰਦਾ ਆ ਕੇ ਜਿਹੜਾ ਕੋਈ ਲੁੱਟ ਖੋਹ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਆ ਸਕਦਾ, ਕੀ ਪਤਾ ਉਹ ਕਿਹੜੀ ਮਨਸ਼ਾ ਦੇ ਨਾਲ ਉਹਨੇ ਤੁਹਾਡੇ ਘਰ ਦੇ ਵਿੱਚ ਜਿਹੜਾ ਆਉਣਾ ਆ। ਬੱਚੇ ਹੁੰਦੇ ਆ, ਬਜ਼ੁਰਗ ਹੁੰਦੇ ਆ, ਖੁਦ ਹੁੰਦੇ ਆ। ਸੋ ਇਹਨਾਂ ਚੀਜ਼ਾਂ ਤੋਂ ਜਿਹੜਾ ਬਚਾਅ ਰੱਖੋ। ਅੱਜ ਕੱਲ੍ਹ ਜ਼ਮਾਨਾ ਜਿਹੜਾ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਹੁਣ ਖਰਾਬ ਹੁੰਦਾ ਜਾ ਰਿਹਾ ਹੈ। ਇਹ ਆਪਾਂ ਚਲੋ ਕੋਈ ਡਰਾਉਣਾ ਨਹੀਂ ਚਾਹੁੰਦੇ, ਪਰ ਫਿਰ ਵੀ ਸਤਰਕਤਾ ਜਿਹੜੀ ਜ਼ਰੂਰ ਰੱਖਣੀ ਚਾਹੀਦੀ, ਖਾਸ ਕਰਕੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਿੱਛੇ ਬਜ਼ੁਰਗ ਅਤੇ ਛੋਟੇ ਬੱਚੇ ਹੁੰਦੇ ਆ, ਉਹਨਾਂ ਨੂੰ ਜਿਹੜਾ ਉਹ ਜ਼ਰੂਰ ਸਮਝਾਓ ਵੀ ਹਰ ਇੱਕ ਦੇ ਲਈ ਦਰਵਾਜ਼ਾ ਜਿਹੜਾ ਉਹ ਇੱਦਾਂ ਹੀ ਜਿਹੜਾ ਉਹ ਨਾ ਖੋਲ੍ਹੋ। ਹੁਣ ਸੈਂਸਸ ਵੀ ਆਉਣ ਜਾ ਰਿਹਾ, ਉਸ ਦੇ ਵਿੱਚ ਲੋਕਾਂ ਨੇ ਜਿਹੜਾ ਆ ਕੇ ਦਰਵਾਜ਼ੇ ਵੀ ਖੜਕਾਉਣੇ, ਪਰ ਉਸ ਦੀ ਆੜ ਦੇ ਵਿੱਚ ਕਈਆਂ ਨੇ ਖਰਾਬੀ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕਰਨੀ ਆ। ਸੋ ਜਿੰਨੀ ਦੇਰ ਤੱਕ ਤੁਹਾਨੂੰ ਜਿਹੜਾ ਉਹ ਪੁਸ਼ਟੀ ਨਹੀਂ ਹੋ ਜਾਂਦੀ ਵੀ ਹਾਂ ਭਾਈ ਇਹੀ ਬੰਦਾ ਆ ਜਿਸ ਕੰਮ ਦੇ ਲਈ ਜਿਹੜਾ ਉਹ ਆਇਆ ਵੀ ਉਹੀ ਆ, ਤਾਂ ਹੀ ਜਿਹੜਾ ਆ ਉਹ ਕਿਤਾ ਦਰਵਾਜ਼ਾ ਖੋਲ੍ਹਿਆ ਜਾਵੇ। ਅਦਰਵਾਈਜ਼ ਦਰਵਾਜ਼ਾ ਨਾ ਖੋਲ੍ਹੋ। ਜਿਹੜਾ ਇਹਨਾਂ ਚੀਜ਼ਾਂ ਦੇ ਲਈ ਸਤਰਕ ਜਿਹੜਾ ਉਹ ਰੱਖੋ, ਕਿਉਂਕਿ ਹੁਣ ਹੌਲੀ ਹੌਲੀ ਅਜਿਹੇ ਠੱਗਾਂ ਨੂੰ, ਚੋਰਾਂ ਨੂੰ ਪਤਾ ਆ ਵੀ ਆਪਣੇ ਜਿਹੜੇ ਲੋਕ ਆ ਉਹ ਘਰਾਂ 'ਚ ਸੋਨਾ ਵੀ ਰੱਖਦੇ ਆ ਅਤੇ ਘਰਾਂ 'ਚ ਪੈਸੇ ਵੀ ਕੈਸ਼ ਜਿਹੜਾ ਉਹਨਾਂ ਨੇ ਰੱਖਿਆ ਹੁੰਦਾ ਆ। ਸੋ ਉਹਦੇ ਕਰਕੇ ਉਹ ਆਪਣੇ ਖਾਸ ਕਰਕੇ ਕਮਿਊਨਿਟੀ ਦੇ ਉੱਤੇ ਉਹਨਾਂ ਨੇ ਇੱਦਾਂ ਦੇ ਕੰਮ ਜਿਹੜੇ ਆ ਉਹ ਵਧਾਏ ਹੋਏ ਆ। ਜਦੋਂ ਬਾਹਰ ਆਉਂਦੇ ਜਾਂਦੇ ਹੋ ਖਾਸ ਕਰਕੇ ਉੱਦਾਂ ਹੀ ਜਿਹੜਾ ਆ ਇੱਦਾਂ ਦੀਆਂ ਜਿਹੜੀਆਂ ਮਹਿੰਗੀਆਂ ਚੀਜ਼ਾਂ ਭਾਈ ਨਾ ਪਾ ਕੇ ਆਇਆ ਕਰੋ। ਜਿਹੜਾ ਆਪਣੇ ਬਚਾਅ ਦੇ ਵਿੱਚ ਹੀ ਬਚਾਇਆ। ਕੋਈ ਨਹੀਂ, ਜੇ ਤੁਹਾਨੂੰ ਕੋਈ ਕਹਿੰਦਾ ਲੈ ਵੀ ਉਹਨੇ ਕੁਛ ਨਹੀਂ ਪਾਇਆ ਜਾਂ ਉਹਨੇ ਕੰਨਾਂ 'ਚ ਨਹੀਂ ਪਾਇਆ, ਮੁੰਦੀ ਨਹੀਂ ਸੀ ਪਾਈ, ਕੋਈ ਫਰਕ ਨਹੀਂ ਪੈਣਾ ਭਾਈ। ਜਾਨ ਤੋਂ ਵੱਧ ਜਿਹੜੀ ਕੀਮਤੀ ਜਿਹੜੀ ਉਹ ਕੋਈ ਚੀਜ਼ ਨਹੀਂ ਹੈਗੀ। ਲੋਕਾਂ ਦਾ ਤਾਂ ਕੰਮ ਹੀ ਹੁੰਦਾ ਆ, ਉਹਨਾਂ ਨੇ ਕੁਛ ਨਾ ਕੁਛ ਜਿਹੜਾ ਉਹ ਕਹੀ ਜਾਣਾ, ਉਹਨਾਂ ਨੇ ਕੋਈ ਨਾ ਕੋਈ ਫਿਰ ਜਿਹੜੀ ਆ ਉਹ ਚੀਜ਼ ਲੱਭ ਹੀ ਲੈਣੀ ਹੁੰਦੀ ਹੈ ਤੁਹਾਡੇ ਵਿੱਚ, ਤੁਹਾਡੇ ਉਲਟ ਜਿਹੜੇ ਖਿਲਾਫ ਆ ਉਹ ਬੋਲਣ ਲਈ। ਸੋ ਉਹਨਾਂ ਚੀਜ਼ਾਂ ਦੀ ਜਿਹੜੀ ਪ੍ਰਵਾਹ ਨਾ ਕਰੋ। ਤਾਂ ਇਸ ਚੀਜ਼ ਦੇ ਲਈ ਜਿਹੜਾ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਸਤਰਕਤਾ ਜਿਹੜੀ ਆ ਉਹ ਤੁਸੀਂ ਅਪਣਾਓ ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਸਮਾਪਤ ਹੈ, ਅਤੇ ਮਿਲਾਂਗੇ ਆਪਾਂ ਆਪਣੇ ਜਿਹੜੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM